ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਫਿਲਾਸਫੀ ਦਾ ਇਹ ਪ੍ਰੋਗਰਾਮ ਦੁਬਾਰਾ ਲੈ ਕੇ ਹਾਜ਼ਰ ਹੋਏ ਹਾਂ ਅਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਉਹ ਅਣਛੋਹੇ ਤੱਥ ਪੇਸ਼ ਕਰਨ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਅਸੀਂ ਸੁਭਾਵਿਕ ਐਵੇਂ ਅਣਗੌਲਿਆ ਕਰਕੇ ਉੱਦਾਂ ਐਕਸੈਪਟ ਕੀਤਾ ਹੋਇਆ ਹੈ। ਕਦੀ ਸੋਚਿਆ ਹੀ ਨਹੀਂ ਕਿ ਇਹਨਾਂ ਦੀ ਤਹਿ ਤੱਕ ਜਾਈਏ ਜਾਂ ਇਹ ਕਿੱਦਾਂ ਹੋਏ, ਕਦੋਂ ਹੋਏ ਅਤੇ ਇਹਨਾਂ ਦੇ ਅਰਥ ਕੀ ਨੇ ਅਤੇ ਸਬਜੈਕਟ ਜਿਹੜਾ ਉਹ ਸਿੱਖ ਧਰਮ ਨਾਲ ਬੜੀ ਅਹਿਮੀਅਤ ਰੱਖਦਾ ਹੈ ਕਿ ਸਾਡੇ ਉੱਤੇ ਅਸੀਂ ਇੱਕ ਉਹ ਸੰਸਥਾ ਗਰੁੱਪ ਜਾਂ ਕੁਝ ਇਹੋ ਵਿਅਕਤੀਆਂ ਨੂੰ ਮੰਨ ਲਿਆ ਹੈ ਜਿਨ੍ਹਾਂ ਦਾ ਹੁਕਮ ਅਸੀਂ ਸੋਚਦੇ ਹਾਂ ਕਿ ਸਾਰੇ ਪੰਥ ਵਾਸਤੇ ਇੱਕ ਰੱਬੀ ਹੁਕਮ ਹੈ ਅਤੇ ਉਹਨਾਂ ਬਾਰੇ ਇਹ ਉਹਨਾਂ ਨੂੰ ਕਿਸ ਨੇ ਤਾਕਤ ਦਿੱਤੀ ਜਾਂ ਡਿਊਟੀ ਕਿਸ ਨੇ ਲਾਈ ਅਤੇ ਖਾਸ ਕਰਕੇ ਉਹਨਾਂ ਦੀ ਅਪੁਆਇੰਟਮੈਂਟਸ, ਉਹਨਾਂ ਨੂੰ ਸਥਾਪਿਤ ਕੀਤਾ ਕਰਨਾ, ਉਹਨਾਂ ਦੀ ਟਰਮ ਕੀ ਹੈ ਅਤੇ ਉਹਨਾਂ ਦਾ ਅਧਿਕਾਰ ਖੇਤਰ ਕੀ ਹੈ। ਮੇਰਾ ਭਾਵ ਤੁਸੀਂ ਸਮਝ ਗਏ ਹੋਵੋਗੇ ਕਿ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਜਿਨ੍ਹਾਂ ਅੱਗੇ ਸਾਡਾ ਸੀਸ ਝੁਕਦਾ ਹੈ ਕਿਉਂਕਿ ਉਹ ਉਸ ਪੂਜਨੀਕ ਤਖਤਾਂ ਦੇ ਉੱਥੇ ਦੇ ਸੇਵਾਦਾਰ ਨੇ ਜਿੱਥੇ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਚਰਨ ਪਏ ਅਤੇ ਇਹ ਸਵਾਲ ਸੁਭਾਵਿਕ ਹੀ ਹੈ ਕਿ ਜਥੇਦਾਰ ਸਾਹਿਬਾਨ, ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕਰਾਂ, ਬਹੁਤ ਘੱਟ ਸੋਚਿਆ ਹੋਵੇਗਾ ਕਿ ਇਹਨਾਂ ਦੀ ਅਪੁਆਇੰਟਮੈਂਟਸ ਕਿੱਦਾਂ ਹੋਵੇਗਾ, ਕੌਣ ਨਿਯੁਕਤੀ ਇਹਨਾਂ ਨੂੰ ਕਰਦਾ ਹੈ ਅਤੇ ਇਹਨਾਂ ਦੀ ਟਰਮ ਕਿੰਨੀ ਕੁ ਹੈ, ਕਿੱਦਾਂ ਇਹ ਹਟਾਏ ਜਾ ਸਕਦੇ ਨੇ, ਅਧਿਕਾਰ ਖੇਤਰ ਕੀ ਹੈ, ਕਿ ਜਿਹੜਾ ਵੀ ਹੁਕਮ ਇਹ ਲਾਗੂ ਕਰਨ ਉਹ ਸਾਰੇ ਪੰਥ ਵਾਸਤੇ ਹੈ। ਇਹ ਸਾਰਾ ਜੋ ਇਹ ਫੀਲਡ ਹੈ ਇਹਨੂੰ ਵਾਚਣ ਵਾਸਤੇ ਅੱਜ ਇਹ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਅਤੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਜਿਹੜੇ ਹਿਸਟਰੀ ਦੀ, ਇਤਿਹਾਸ ਦੀ ਮੁਹਾਰਤ ਰੱਖਦੇ ਨੇ ਉਹ ਇਹਨੂੰ ਛਾਣਬੀਣ ਕਰਕੇ ਆਪਣੇ ਕੋਲ ਤੱਥ ਕੱਢ ਕੇ ਰੱਖਣਗੇ। ਮੇਰਾ ਭਾਵ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਅਵਤਾਰ ਸਿੰਘ ਜੀ, ਇਹਨਾਂ ਪ੍ਰੋਗਰਾਮਾਂ ਦੇ ਜੋ ਉਹ ਮੁੱਖ ਨਾਇਕ ਨੇ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖਤ ਤੋਂ ਵੀ ਅਗਾਂਹ ਚੱਲ ਕੇ ਤਖਤਾਂ ਦੇ ਜਥੇਦਾਰ, ਉਹਨਾਂ ਦਾ ਮੈਂ ਇਹ ਤੋਂ ਵੀ ਪਿੱਛੇ ਚਲਾਂਗਾ ਭਾਈ ਸਾਹਿਬ ਜੀ ਕਿ ਆਪਾਂ ਥੋੜ੍ਹੀ ਹਿਸਟਰੀ ਵੱਲ ਵਾਚੀਏ, ਨਜ਼ਰ ਮਾਰੀਏ ਕਿ ਤਖਤਾਂ ਦੇ ਨਾਲ ਜੁੜਿਆ ਹੋਇਆ ਇਹ ਜਥੇਦਾਰ ਸ਼ਬਦ ਕਦੋਂ ਅਤੇ ਕਿੱਦਾਂ ਆਇਆ। ਜਥੇਦਾਰ ਦਾ ਆਖਰੀ ਭਾਵ ਜਿੱਥੋਂ ਤੱਕ ਮੈਨੂੰ ਸਮਝ ਆਏ ਕਿ ਕਿਸੇ ਜਥੇ ਦਾ ਮੁਖੀ ਹੋਣਾ। ਹਾਂ, ਛੋਟੇ ਛੋਟੇ ਟੋਲੇ ਜੰਗਲਾਂ ਵਿੱਚ ਲੜਦੇ ਰਹੇ ਨੇ, ਸਿੰਘਾਂ ਦੇ ਉਹਨਾਂ ਦਾ ਜਥੇਦਾਰ ਹੁੰਦਾ ਸੀ, ਪਰ ਤਖਤਾਂ ਦੇ ਨਾਲ ਇਹ ਸ਼ਬਦ ਕਦੋਂ ਅਤੇ ਕਿੱਦਾਂ ਜੁੜਿਆ? ਧੰਨਵਾਦ ਡਾਕਟਰ ਸਾਹਿਬ। ਇਹ ਇੱਕ ਬੜਾ ਹੀ ਸੈਂਸਿਟਿਵ ਇਸ਼ੂ ਹੈ, ਸੰਵੇਦਨਸ਼ੀਲ ਜੀ ਸਬਜੈਕਟ ਹੈ ਕਿਉਂਕਿ ਸਮੁੱਚੇ ਸਿੱਖ ਪੰਥ ਦੀਆਂ ਭਾਵਨਾਵਾਂ ਤਖਤ ਸਾਹਿਬਾਂ ਨਾਲ ਜੁੜੀਆਂ ਜੀ ਜੀ ਜੀ। ਅਸੀਂ ਇਹ ਗੱਲ ਆਖਦੇ ਹਾਂ ਕਿ ਸੰਸਾਰ ਦੇ ਕਿਸੇ ਵੀ ਕੋਨੇ ਉੱਤੇ ਵਸਦੇ ਸਿੱਖ ਦੇ ਮਾਣ ਤੇ ਸਨਮਾਨ ਦੇ ਜ਼ਾਮਨ ਨੇ ਸਾਡੇ ਤਖਤ ਸਾਹਿਬਾਨ। ਪਰ ਸਵਾਲ ਪੈਦਾ ਹੁੰਦੇ ਨੇ, ਤੁਸੀਂ ਗੱਲ ਸਾਰੀ ਕੀਤੀ ਹੈ, ਇਹ ਪ੍ਰੋਗਰਾਮ ਕਰਨ ਦੀ ਜ਼ਰੂਰਤ ਕਿਉਂ ਪਈ ਸਾਨੂੰ? ਜੀ, ਪਿਛਲੇ ਦਿਨੀ ਤਖਤ ਪਟਨਾ ਸਾਹਿਬ ਦੇ ਸਥਾਨ ਦੇ ਉੱਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਸੰਗਤੀ ਰੂਪ ਦੇ ਵਿੱਚ ਜੋ ਕੁਝ ਵਾਪਰਿਆ ਤੇ ਆਪਾਂ ਸਾਰੇ ਸੰਸਾਰ ਦੇ ਵਿੱਚ ਵਸਦੇ ਸਿੱਖਾਂ ਨੇ ਟੈਲੀਵਿਜ਼ਨ ਦੀਆਂ ਸਕਰੀਨਸ ਦੇ ਉੱਤੇ ਵੇਖਿਆ, ਉਹਨੂੰ ਵੇਖ ਕੇ ਇੱਕ ਤੇ ਸਵਾਲ ਜ਼ਰੂਰ ਖੜਾ ਹੋ ਗਿਆ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ, ਜਿਨ੍ਹਾਂ ਲੋਕਾਂ ਦੇ
ਹੁਕਮ ਨੂੰ, ਆਦੇਸ਼ ਨੂੰ, ਸੰਦੇਸ਼ ਨੂੰ ਅਸੀਂ ਅਕਾਲ ਦਾ ਹੁਕਮ ਮੰਨ ਕੇ ਮੰਨਦੇ ਹਾਂ, ਉਹ ਆਪ ਇਹ ਕੁਝ ਕਿਉਂ ਕਰਦੇ ਆ? ਇਸੇ ਕਰਕੇ ਲੋੜ ਪਈ ਇਹਦਾ ਪਿਛੋਕੜ ਜਾਣਨ ਦੀ। ਜੀ, ਜਿਹੜੀ ਗੱਲ ਤੁਸੀਂ ਡਾਕਟਰ ਸਾਹਿਬ ਇਤਿਹਾਸ ਦੀ ਕੀਤੀ ਹੈ, ਮੈਂ ਸਮਝਦਾ ਕਿ ਅਕਾਲ ਤਖਤ ਸਾਹਿਬ ਜਾਂ ਬਾਕੀ ਦੇ ਤਖਤਾਂ ਦੇ ਇਤਿਹਾਸ ਨੂੰ ਬਾਚਣ ਲਈ 3 ਹਿੱਸਿਆਂ 'ਚ ਵੰਡ ਲੈਣਾ ਚਾਹੀਦਾ ਹੈ। ਜੀ, ਸਭ ਤੋਂ ਪਹਿਲਾਂ ਅਕਾਲ ਤਖਤ ਦੀ ਸਥਾਪਨਾ ਜਾਂ ਅਕਾਲ ਤਖਤ ਦਾ ਪ੍ਰਗਟਾਵਾ ਜਾਂ ਕੌਮੀ ਪ੍ਰਗਟਾਵਾ ਸਿੱਖਾਂ ਦਾ ਅਕਾਲ ਤਖਤ ਦੇ ਰੂਪ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਕੀਤਾ, ਤੇ ਉਹ ਆਪ ਉਸ ਤਖਤ ਦੇ ਉੱਤੇ ਆਪ ਬਿਰਾਜਦੇ ਹੁੰਦੇ ਸਨ, ਗੁਰੂ ਹਰਗੋਬਿੰਦ ਸਾਹਿਬ। ਤੇ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਹਾਂਗੀਰ ਦੇ ਹੁਕਮ ਦੇ ਨਾਲ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ, ਤੇ ਇਤਿਹਾਸਕ ਹਵਾਲਾ ਇਹ ਮਿਲਦਾ ਹੈ ਕਿ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਹਰਮੰਦਰ ਸਾਹਿਬ ਦਾ ਪੁਜਾਰੀ ਜਾਂ ਕੇਅਰ ਟੇਕਰ ਜਾਂ ਦੇਖਭਾਲ ਕਰਨ ਵਾਲਾ, ਤੇ ਭਾਈ ਗੁਰਦਾਸ ਜੀ ਨੂੰ ਅਕਾਲ ਬੁੰਗੇ ਦਾ ਇੰਚਾਰਜ ਥਾਪਿਆ ਆਪਣੀ ਗੈਰ ਹਾਜ਼ਰੀ ਦੇ ਵਿੱਚ। ਸੋ ਗ੍ਰੰਥੀਆਂ ਵਾਸਤੇ ਮੇਨ ਇਹ ਸ਼ਬਦ ਪੁਜਾਰੀ ਇਤਿਹਾਸ ਵਿੱਚ ਆਇਆ। ਗੁਰੂ ਕਾਲ ਤੋਂ ਬਾਅਦ ਦੇ ਵਿੱਚ ਸ਼ਬਦ ਪੁਜਾਰੀ ਹੀ ਆਇਆ ਹੈ। ਗੁਰੂ ਕਾਲ ਦੇ ਵਿੱਚ ਤੇ ਸ਼੍ਰੇਣੀ ਹੈ ਹੀ ਨਹੀਂ ਸੀ ਜੀ, ਪੁਜਾਰੀ ਦੀ ਸ਼੍ਰੇਣੀ ਜਿਹੜੀ ਹੈ। ਬਾਕੀ ਬੇਸ਼ੱਕ ਸਾਰੇ ਧਰਮਾਂ ਦੇ ਵਿੱਚ ਪੁਜਾਰੀਸ਼ਿਪ ਹੁੰਦੀ ਹੈ, ਪ੍ਰੀਸਟਸ਼ਿਪ ਹੁੰਦੀ ਹੈ, ਪਰ ਗੁਰੂ ਕਾਲ ਦੇ ਵਿੱਚ ਸਿੱਖ ਧਰਮ ਦੇ ਵਿੱਚ ਪੁਜਾਰੀ ਸ਼੍ਰੇਣੀ ਦੀ ਜਿਹੜੀ ਹੈ ਇਹ ਹੈ ਨਹੀਂ ਸੀ। ਤੇ ਜਿਸ ਵੇਲੇ ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਛੱਡਿਆ, ਕੀਰਤਪੁਰ ਵੱਲ ਗਏ ਨੇ, ਤੇ ਉਸ ਵੇਲੇ ਬਾਬਾ ਪਿਰਥੀ ਚੰਦ ਦੀ ਵੰਸ਼ ਵਿੱਚੋਂ ਹਰਜੀ ਇੱਥੇ ਦਾ ਪੁਜਾਰੀ ਬਣਿਆ, ਮਸੰਦ ਬਣਿਆ ਕਹਿ ਲਈਏ ਜਾਂ ਪੁਜਾਰੀ ਅਕਾਲ ਤਖਤ ਸਾਹਿਬ ਦਾ। ਹਰਿਮੰਦਰ ਸਾਹਿਬ ਦਾ ਤਾਂ ਅਕਾਲ ਤਖਤ ਸੀ। ਇਹਨਾਂ ਦੋਹਾਂ ਨੂੰ ਵੱਖਰੇ ਕਰਕੇ ਨਹੀਂ ਵੇਖਿਆ ਜਾਂਦਾ ਸੀ, ਦੋਹਾਂ ਨੂੰ ਇੱਕੋ ਥਾਂ ਇਕੱਠਾ ਹੀ ਕਰਕੇ ਵੇਖਿਆ ਜਾਂਦਾ ਹੁੰਦਾ ਸੀ, ਕਿਉਂਕਿ ਇੱਕੋ ਕੰਪਲੈਕਸ ਵਿੱਚ ਸੀ। ਤੇ ਉਹਨਾਂ ਦੀਆਂ ਡਿਊਟੀਆਂ ਜ਼ਿਆਦਾ ਕਰਕੇ ਐਜ਼ ਏ ਮੈਨੇਜਰ ਹੁੰਦੀਆਂ ਸਨ, ਪ੍ਰਬੰਧਕ ਹੁੰਦੀਆਂ ਸਨ, ਜ਼ਿੰਮੇਵਾਰੀਆਂ ਉਹਨਾਂ ਦੀਆਂ ਸਾਰੀਆਂ। ਉਸ ਵੇਲੇ ਵੀ ਪੰਥਕ ਜਿਹੜੇ ਜਾਂ ਫੈਸਲੇ ਜਿਹੜੇ ਸੀ ਉਹ ਇਸ ਅਕਾਲ ਤਖਤ ਤੇ ਨਹੀਂ ਹੁੰਦੇ ਸੀ, ਕਿਉਂਕਿ ਗੁਰੂ ਸਾਹਿਬ ਆਪਣੇ ਸਰੀਰ ਦੇ ਵਿੱਚ ਅਜੇ ਤੱਕ ਕਾਇਮ ਸਨ। ਠੀਕ ਹੈ। ਤੇ 10ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਜਿਸ ਵੇਲੇ ਸਰਹੰਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਂ ਨੂੰ ਮਾਰ ਕੇ ਸਿੱਖ ਰਾਜ ਕਾਇਮ ਕੀਤਾ ਹੈ, ਹਾਂਜੀ, ਤੇ ਬਹਾਦਰ ਸ਼ਾਹ ਨੇ ਸਿੱਖਾਂ ਦੇ ਵਿੱਚ ਫੁੱਟ ਪਾਉਣ ਵਾਸਤੇ ਦਸੰਬਰ 1711 ਨੂੰ ਅਜੀਤ ਸਿੰਘ ਪਾਲਤ, ਜਿਹੜਾ ਦਿੱਲੀ ਦਾ ਸੀ, ਜਿਹਨੂੰ ਮਾਤਾ ਜੀ ਨੇ ਗੋਦ ਲਿਆ ਸੀ ਜੀ, ਉਹਦੇ ਨਾਂ ਦੇ ਉੱਤੇ ਇੱਥੇ ਦਾ ਚੱਕ ਗੁਰੂ ਰਾਮਦਾਸ ਦਾ ਜਿਹੜਾ ਪਟਾ ਹੈ ਉਹ ਕਰ ਦਿੱਤਾ ਸੀ। ਉਹਦੇ ਨਾਂ ਦੇ ਉੱਤੇ ਇਹ ਜਗੀਰ ਜਿਹੜੀ ਹੈ ਉਹ ਲਿਖ ਦਿੱਤੀ ਸੀ। ਕਾਰਨ ਇਹ ਸੀ ਕਿ ਸਿੱਖਾਂ ਦੇ ਵਿੱਚ ਜਿਹੜੀ ਹੈ ਉਹ ਫੁੱਟ ਪਾ ਦਿੱਤੀ ਜਾਏ। ਪਰ ਬਹਾਦਰ ਸ਼ਾਹ ਦੇ ਮਰਦਿਆਂ ਹੀ ਉਹ ਜਿਹੜਾ ਅਜੀਤ ਸਿੰਘ ਪਾਲਤ ਸੀ ਜੀ, ਉਹ ਸਿੱਖਾਂ ਦੇ ਗੁੱਸੇ ਤੋਂ ਡਰਦਾ ਅੰਮ੍ਰਿਤਸਰ ਨੂੰ ਛੱਡ ਕੇ ਵਾਪਸ ਦਿੱਲੀ ਦੌੜ ਗਿਆ ਸੀ, ਤੇ ਉਸ ਤੋਂ ਬਾਅਦ ਫਿਰ ਉਹ ਸਾਰਾ ਜਿਹੜਾ ਸਿਸਟਮ ਹੈ ਉਹ ਖਾਲੀ ਹੋ ਗਿਆ ਸੀ। ਫਿਰ ਉਸ ਤੋਂ ਬਾਅਦ ਜਿਸ ਵੇਲੇ ਬੰਦਈਆਂ ਦਾ ਤੇ ਤੱਤ ਖਾਲਸੇ ਦਾ ਝਗੜਾ ਹੋਇਆ, ਉਸ ਵੇਲੇ ਤੱਤ ਖਾਲਸੇ ਦੇ ਆਗੂ ਕਾਹਨ ਸਿੰਘ ਨੇ ਅਕਾਲ ਬੁੰਗੇ ਤੇ ਕਬਜ਼ਾ ਕੀਤਾ ਹੁੰਦਾ ਸੀ, ਤੇ ਅਮਰ ਸਿੰਘ ਖੇਮਕਰਨੀ ਮਹੰਤ ਨੇ ਜਿਹੜਾ ਬੰਦਈ ਸੀ ਉਹਨੇ ਝੰਡੇ ਬੁੰਗੇ ਤੇ ਕਬਜ਼ਾ ਕੀਤਾ ਹੁੰਦਾ ਸੀ, ਤੇ ਭਾਈ ਮਨੀ ਸਿੰਘ ਜਿਹੜਾ ਸੀ ਉਹ ਦਰਬਾਰ ਸਾਹਿਬ ਦਾ ਗ੍ਰੰਥੀ ਕਹਿ ਲਈਏ, ਪੁਜਾਰੀ ਕਹਿ ਲਈਏ। ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਦੇ ਵਿੱਚ ਜਿਹੜਾ ਸ਼ਬਦ ਵਰਤਿਆ ਪੁਜਾਰਨ ਸਿਉ ਬੜੋ ਪੁਜਾਰੀ, ਭਾਈ ਮਨੀ ਸਿੰਘ ਵਾਲੇ, ਭਾਈ ਮਨੀ ਸਿੰਘ ਵਾਲੇ ਜੀ, ਵੀ ਪੁਜਾਰੀਆਂ ਦੇ ਵਿੱਚੋਂ ਉਹ ਵੱਡਾ ਪੁਜਾਰੀ ਸੀ ਭਾਈ ਮਨੀ ਸਿੰਘ। ਠੀਕ ਹੈ। ਤੇ ਉਸ ਵੇਲੇ ਭਾਈ ਮਨੀ ਸਿੰਘ ਨੇ ਵਿੱਚ ਪੈ ਕੇ ਜਦੋਂ ਇਹਨਾਂ ਦੋਹਾਂ ਗਰੁੱਪਾਂ ਦਾ ਸਮਝੌਤਾ ਕਰਾਉਣ ਦਾ ਯਤਨ ਕੀਤਾ ਹੈ, ਤੇ ਉਸ ਤੋਂ ਬਾਅਦ ਜਦੋਂ ਬੰਦਈਆਂ ਦੀ ਹਾਰ ਹੋ ਗਈ ਤੇ ਤੱਤ ਖਾਲਸੇ ਦਾ ਕੰਟਰੋਲ ਹੋ ਗਿਆ, ਤੇ ਉਸ ਵੇਲੇ ਦਰਬਾਰਾ ਸਿੰਘ ਜਿਹੜਾ ਹੈ ਉਹ ਅਕਾਲ ਤਖਤ ਤੇ ਇੱਕ ਕਿਸਮ ਦਾ ਮੁਖੀ ਸੀ। ਇੱਥੇ ਇੱਕ ਗੱਲ ਸਪਸ਼ਟ ਕਰਨ ਯੋਗ ਹੈ, ਉਸ ਤੋਂ ਬਾਅਦ ਸਰਬੱਤ ਖਾਲਸਾ ਹੁੰਦਾ ਸੀ। ਅਕਸਰ ਸਾਲ 'ਚ 2 ਵਾਰ ਸਰਬੱਤ ਖਾਲਸਾ ਬੁਲਾਇਆ ਜਾਂਦਾ ਸੀ, ਤੇ ਸਰਬੱਤ ਖਾਲਸੇ ਨੂੰ ਉਹ ਅਕਾਲ ਤਖਤ ਦਾ ਜਿਹੜਾ ਸੇਵਾਦਾਰ ਹੈ ਜਾਂ ਇੰਗਲਿਸ਼ ਦੇ ਵਿੱਚ ਅਸੀਂ ਉਹਨੂੰ ਕੇਅਰ ਟੇਕਰ ਕਹਿ ਲਈਏ, ਉਹ ਸੱਦਦਾ ਸੀ ਜੀ। ਉਹਦੇ ਪ੍ਰਬੰਧ ਦੇ ਵਿੱਚ ਸਰਬੱਤ ਖਾਲਸਾ ਬੁਲਾਇਆ ਜਾਂਦਾ ਸੀ। ਸਾਰੀਆਂ ਸੰਪਰਦਾਵਾਂ, ਸਾਰੀਆਂ ਮਿਸਲਾਂ, ਸਾਰੇ ਜਥੇ, ਜਿਵੇਂ ਤੁਸੀਂ ਗੱਲ ਕੀਤੀ, ਉਹਨਾਂ ਦੇ ਨੁਮਾਇੰਦੇ ਜਿਹੜੇ ਆ ਉਹ ਅਕਾਲ ਬੁੰਗੇ ਦੇ ਉੱਤੇ ਇਕੱਠੇ ਹੁੰਦੇ ਸੀ, ਅਕਾਲ ਤਖਤ ਤੇ ਇਕੱਠੇ ਹੁੰਦੇ ਸੀ। ਤੇ ਉਸ ਇਕੱਠ ਦੇ ਵਿੱਚੋਂ ਅਰਦਾਸ ਕਰਨ ਤੋਂ ਬਾਅਦ 5 ਪਿਆਰਿਆਂ ਦੀ ਚੋਣ ਕੀਤੀ ਜਾਂਦੀ ਹੁੰਦੀ ਸੀ, 5 ਸਿੰਘਾਂ ਦੀ।
ਉਹ 5 ਸਿੰਘ ਜਿਹੜੇ ਆ ਪੰਥ ਦੀ ਨੁਮਾਇੰਦਾ ਹੋ ਕੇ ਤੇ ਫੈਸਲੇ ਕਰਦੇ ਸਨ ਤੇ ਉਹਨਾਂ ਦੇ ਕੀਤੇ ਹੋਏ ਫੈਸਲੇ ਨੂੰ ਗੁਰਮਤਾ ਕਿਹਾ ਜਾਂਦਾ ਸੀ ਤੇ ਉਹ ਜਿਹੜਾ ਗੁਰਮਤਾ ਸੀ ਉਹਨੂੰ ਫਿਰ ਜਿਹੜਾ ਅਕਾਲ ਤਖਤ ਸਾਹਿਬ ਦਾ ਪ੍ਰਬੰਧਕ ਹੈ ਜਾਂ ਕੇਅਰ ਟੇਕਰ ਹੈ ਉਹ ਫਿਰ ਉਹਨੂੰ ਸੰਗਤਾਂ ਦੇ ਨਾਂ ਦੇ ਉੱਤੇ ਜਾਰੀ ਕਰਦਾ ਸੀ ਤੇ ਉਹਨੂੰ ਗੁਰਮਤਾ ਸ਼ਬਦ ਵਰਤਿਆ ਜਾਂਦਾ ਸੀ। ਉਹ ਵੀ ਹੁਕਮਨਾਮਾ ਨਹੀਂ ਹੁੰਦਾ ਸੀ। ਸੋ ਜਿਹੜਾ ਉੱਥੇ ਮਤਾ ਪਾਸ ਹੋਇਆ ਹੋਣਾ 5 ਸਿੰਘਾਂ ਦੇ ਥਰੂ ਉਹਨਾਂ ਦੇ ਕੋਲ ਆਉਣਾ 5 ਸਿੰਘਾਂ ਦੀ ਦੇਖ ਰੇਖ ਹੇਠ ਹਾਂਜੀ ਸਮੁੱਚੀਆਂ ਪੰਥਕ ਸੰਸਥਾਵਾਂ ਜਥੇਬੰਦੀਆਂ ਮਿਸਲਾਂ ਜਥਿਆਂ ਲੜਾਕੂ ਜਿਹੜੇ ਸਨ ਉਹਨਾਂ ਦੇ ਨੁਮਾਇੰਦੇ ਇਕੱਠੇ ਹੁੰਦੇ। ਉਹਨਾਂ ਵਿੱਚੋਂ 5 ਸਿੰਘਾਂ ਦੀ ਚੋਣ ਕਰ ਲਈ ਜਾਂਦੀ। ਉਹਨਾਂ 5 ਸਿੰਘਾਂ ਦੀ ਦੇਖ ਰੇਖ ਹੇਠ ਉਹ ਸਾਰਾ ਇਕੱਠ ਵਿਚਾਰ ਕਰਦਾ ਜੀ। ਵਿਚਾਰ ਕਰਨ ਤੋਂ ਬਾਅਦ ਉੱਥੇ ਫੈਸਲਾ ਲਿਆ ਜਾਂਦਾ ਹੈ। ਉਸ ਫੈਸਲੇ ਨੂੰ ਫਿਰ ਜਿਹੜਾ ਅਕਾਲ ਤਖਤ ਦਾ ਪ੍ਰਬੰਧਕ ਹੁੰਦਾ ਜਾਂ ਅਕਾਲ ਤਖਤ ਦਾ ਮੈਨੇਜਰ ਹੁੰਦਾ ਜਾਂ ਜੋ ਵੀ ਜਿਹੜਾ ਵੀ ਨਾਂ ਸੀ ਦੇ ਲਈਏ ਉਹ ਫਿਰ ਉਹਨੂੰ ਸੰਗਤਾਂ ਦੇ ਨਾਂ ਦੇ ਉੱਤੇ ਜਾਰੀ ਕਰ ਦਿੰਦਾ ਤੇ ਉਸ ਵੇਲੇ ਦੇ ਇਤਿਹਾਸ ਦੇ ਮੁਤਾਬਕ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਕਾਲ ਤਖਤ ਦਾ ਜਿਹੜਾ ਪ੍ਰਬੰਧਕ ਹੈ ਉਹ ਆਪਣੇ ਤੌਰ ਦੇ ਉੱਤੇ ਫੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ ਰੱਖਦਾ। ਫੈਸਲੇ 5 ਪਿਆਰੇ ਲੈਂਦੇ ਨੇ। ਫੈਸਲੇ ਸਰਬੱਤ ਖਾਲਸੇ ਦੀ ਵਿਚਾਰ ਤੋਂ ਬਾਅਦ 5 ਪਿਆਰੇ ਚੁਣੇ ਹੋਏ ਟੈਂਪਰੇਰੀ ਚੁਣੇ ਹੋ ਪੱਕੇ ਨਹੀਂ ਹੁੰਦੇ ਤਨਖਾਹ ਤੇ ਨਹੀਂ ਹੁੰਦੇ ਟੈਂਪਰੇਰੀਲੀ ਉਸ ਫੰਕਸ਼ਨ ਵਾਸਤੇ ਉਸ ਸਰਬੱਤ ਖਾਲਸੇ ਦੇ ਇਕੱਠ ਵਾਸਤੇ ਚੁਣੇ ਹੋਏ ਜਿਹੜੇ 5 ਸਿੰਘ ਨੇ ਉਹਨਾਂ ਦੀ ਪ੍ਰਧਾਨਗੀ ਹੇਠ ਉਹਨਾਂ ਦੀ ਦੇਖ ਰੇਖ ਹੇਠ ਉਹ ਵਿਚਾਰਾਂ ਹੋਣ ਤੋਂ ਬਾਅਦ ਫੈਸਲਾ ਹੁੰਦਾ ਔਰ ਉਸ ਫੈਸਲੇ ਨੂੰ ਗੁਰਮਤਾ ਕਿਹਾ ਜਾਂਦਾ ਰੈਜ਼ੋਲੂਸ਼ਨ ਆਫ ਗੁਰੂ ਦਾ ਮਤਾ ਤੇ ਉਸ ਗੁਰਮਤੇ ਨੂੰ ਜਾਰੀ ਕਰਦਾ ਉਹ ਸੱਜਣ ਜਿਹੜਾ ਅਕਾਲ ਤਖਤ ਸਾਹਿਬ ਦਾ ਪ੍ਰਬੰਧਕ ਹੁੰਦਾ ਤੇ ਉਹਨੂੰ ਜਥੇਦਾਰ ਨਹੀਂ ਕਿਹਾ ਜਾਂਦਾ ਸੀ। ਤੇ ਉਸ ਵੇਲੇ ਉਚੇਚੇ ਤੌਰ ਦੇ ਉੱਤੇ ਵੀ ਅਨੇਕਾਂ ਸਰਬੱਤ ਖਾਲਸੇ ਹੋਏ। ਜਦੋਂ ਖਾਲਸੇ ਨੂੰ ਜਗੀਰ ਦੀ ਆਫਰ ਕੀਤੀ ਗਈ ਜਿਹੜੀ ਨਵਾਬ ਕਪੂਰ ਸਿੰਘ ਨੂੰ ਦੇ ਕੇ ਨਵਾਬੀ ਦਿੱਤੀ ਉਹਦੇ ਬਾਰੇ ਫੈਸਲਾ ਵੀ ਸਰਬੱਤ ਖਾਲਸੇ ਵਿੱਚ ਹੀ ਹੋਇਆ। ਜਦੋਂ ਬਾਜੀ ਰਾਓ ਹੋਲਕਰ ਨੇ ਮਰਹਟਿਆਂ ਨੇ ਮਦਦ ਲੈਣੀ ਸੀ ਸਿੱਖਾਂ ਦੀ ਉਹਦੇ ਵਾਸਤੇ ਵੀ ਉਹਦੀ ਮਦਦ ਕਰਨੀ ਹੈ ਜਾਂ ਨਹੀਂ ਕਰਨੀ ਉਹ ਫੈਸਲਾ ਅਕਾਲ ਤਖਤ ਤੇ ਸਰਬੱਤ ਖਾਲਸੇ ਨੇ ਕੀਤਾ ਤੇ ਉਸ ਵੇਲੇ ਦਾ ਜਿਹੜਾ ਉਹਦਾ ਪ੍ਰਬੰਧਕ ਸੀ ਉਹਨੇ ਉਸ ਕੌਮ ਦੇ ਨਾਂ ਦੇ ਉੱਤੇ ਉਹਨੂੰ ਜਾਰੀ ਕੀਤਾ। ਇਹ ਸੀ ਉਹ ਸਮਾਂ ਜਦੋਂ ਸਿੱਖ ਜੰਗਲਾਂ ਯੁੱਧਾਂ ਵਿੱਚ ਰਹਿੰਦੇ ਸਨ ਜੀ ਸਟਰਗਲ ਦਾ ਸਮਾਂ ਸੀ। ਫਿਰ ਉਹਨਾਂ ਸਮਿਆਂ ਦੇ ਵਿੱਚ ਹੀ ਅਕਾਲ ਤਖਤ ਦੇ ਉੱਤੇ ਅੰਗਰੇਜ਼ ਦਾ ਜਿਸ ਵੇਲੇ ਰਾਜ ਹੋ ਗਿਆ ਨਾ ਅੰਗਰੇਜ਼ ਨੇ ਫਿਰ ਆਪਣੇ ਹੱਥ ਠੋਕ ਕੇ ਲੋਕ ਲਿਆਂਦੇ ਤੇ ਉਹਨਾਂ ਨੂੰ ਸਰਵਰਾਹ ਦਾ ਨਾਂ ਦਿੱਤਾ ਜਿਹਨਾਂ 'ਚ ਅਰੂੜ ਸੋਂ ਖਾਸ ਤੌਰ ਤੇ ਮਸ਼ਹੂਰ ਹੈ ਤੇ ਅਰੂੜ ਸੋਂ ਸਰਵਰਾਹ ਜਿਹੜਾ ਸੀਗਾ ਸਰਵਰਾਹ ਦਾ ਵੀ ਮਤਲਬ ਤਾਂ ਸ਼ਾਇਦ ਇਹੋ ਜਿਹਾ ਹੀ ਹੁੰਦਾ ਹੈ ਵੀ ਜਿਹੜਾ ਸਰਵਰਾਹ ਜਿਹੜਾ ਆਪਣੇ ਆਪ ਦੇ ਵਿੱਚ ਪੂਰਨ ਤੌਰ ਤੇ ਆਜ਼ਾਦ ਹਸਤੀ ਹੈ ਜੀ। ਔਰ ਅਰੂੜ ਸਿੰਘ ਨੇ ਇਕੱਲੇ ਨੇ ਆਪਣੇ ਨਾਲ ਗ੍ਰੰਥੀਆਂ ਨੂੰ ਪੁਜਾਰੀਆਂ ਨੂੰ ਰਲਾ ਕੇ ਕਈ ਐਸੇ ਫੈਸਲੇ ਕੀਤੇ ਜਿਹੜੇ ਕਿ ਪੰਥਕ ਰਵਾਇਤਾਂ ਦੇ ਉਲਟ ਸਨ। ਜਿਵੇਂ ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਚਲਾਉਣ ਵਾਲੇ ਨੂੰ ਮਹਾਨ ਸਿੱਖ ਦਾ ਖਿਤਾਬ ਦੇਣਾ ਵੱਜ ਘਾਟ ਦੇ ਉੱਤੇ ਸ਼ਹੀਦ ਹੋਣ ਵਾਲਿਆਂ ਨੂੰ ਸਿੱਖ ਨਾ ਮੰਨਣਾ। ਇਹ ਵੀ ਹਵਾਲਾ ਮਿਲਦਾ ਕਿ ਗਦਰ ਪਾਰਟੀ ਜਿਹਨੇ ਭਾਰਤ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਉਹਨਾਂ ਨੂੰ ਵੀ ਸਿੱਖ ਨਾ ਕਹਿਣਾ। ਇਹੋ ਜਿਹੇ ਸਾਰੇ ਜਿਹੜੇ ਉਹਨੇ ਉਹ ਫੈਸਲੇ ਕੀਤੇ ਉਹ ਅੰਗਰੇਜ਼ ਦੇ ਕਹਿਣ ਦੇ ਉੱਤੇ ਕੀਤੇ। ਫਿਰ ਸਮਾਂ ਆਇਆ ਜਿਸ ਵੇਲੇ ਮਹੰਤਾਂ ਦੀਆਂ ਕਰਤੂਤਾਂ ਜਿਹੜੀਆਂ ਸੀਗੀਆਂ ਉਹ ਇੰਨੀਆਂ ਘਿਨਾਉਣੀਆਂ ਹੋ ਗਈਆਂ ਵੀ ਪੰਥ ਨੇ ਫੈਸਲਾ ਕੀਤਾ ਵੀ ਹੁਣ ਇਹਨਾਂ ਦੇ ਹੱਥ ਵਿੱਚ ਗੁਰਦੁਆਰਿਆਂ ਦਾ ਪ੍ਰਬੰਧ ਨਹੀਂ ਰਹਿਣ ਦੇਣਾ। ਉਹ ਫਿਰ ਜਿਹੜੀ ਚੱਲੀ ਮੂਵਮੈਂਟ ਸੀ ਜਿਹਨੂੰ ਅਸੀਂ ਗੁਰਦੁਆਰਾ ਸੁਧਾਰ ਲਹਿਰ ਕਹਿੰਦੇ ਹਾਂ ਜਿਹੜੀ ਕਿ 1920 ਦੇ ਵਿੱਚ ਸ਼ੁਰੂ ਹੋਈ ਤੇ ਉਹਦੇ ਵਿੱਚ ਹੀ 12 ਅਕਤੂਬਰ 1920 ਨੂੰ ਪਹਿਲੀ ਵਾਰੀ ਉੱਥੋਂ ਇੱਕ ਸੱਦਾ ਦੇ ਕੇ ਕਾਲ ਦੇ ਕੇ ਇਕੱਠ ਕੀਤਾ ਗਿਆ। ਹਰਿਮੰਦਰ ਸਾਹਿਬ ਦੇ ਉੱਤੇ ਜਦੋਂ ਪੰਥ ਦਾ ਕਬਜ਼ਾ ਹੋ ਗਿਆ ਪ੍ਰਬੰਧ ਤੇ ਫਿਰ ਅਕਾਲ ਤਖਤ ਤੇ ਵੀ ਹੋ ਗਿਆ ਤੇ ਉਸ ਵੇਲੇ ਜਿਹੜੀ ਤੁਹਾਡਾ ਸਵਾਲ ਸੀ ਨਾ ਜਥੇਦਾਰ ਦਾ ਅਕਾਲ ਤਖਤ ਸਾਹਿਬ ਤੇ ਜਿਸ ਵੇਲੇ 12 ਅਕਤੂਬਰ 1920 ਨੂੰ ਸਿੱਖਾਂ ਦਾ ਪ੍ਰਬੰਧ ਹੋਇਆ ਜਦੋਂ ਪੁਜਾਰੀ ਤੇ ਮਹੰਤ ਸਰਵਰਾ ਛੱਡ ਕੇ ਦੌੜ ਗਏ ਉੱਥੋਂ ਉਸ ਵੇਲੇ 25 ਸਿੰਘਾਂ ਦਾ ਇੱਕ ਜਥਾ ਚੁਣਿਆ ਗਿਆ ਜੀ ਜਿਨ੍ਹਾਂ ਦੇ ਕੋਲ ਉਹ ਸਾਰਾ ਪ੍ਰਬੰਧ ਜਿਹੜਾ ਸੀ ਉਹ ਦਿੱਤਾ ਗਿਆ ਅਕਾਲ ਤਖਤ ਦਾ ਤੇ ਹਰਿਮੰਦਰ ਸਾਹਿਬ ਦਾ ਤੇ ਉਹਨਾਂ ਦਾ ਜਿਹੜਾ ਮੁਖੀ ਸੀ ਉਹ ਸੀ ਕਰਤਾਰ ਸਿੰਘ ਭੁੱਚਰ। ਇਹ ਹੈ 1920 ਦੀ ਗੱਲ 1920 ਦੀ ਤੇਜਾ ਸਿੰਘ ਭੁੱਚਰ ਜਿਹੜਾ ਸੀ ਉਹ 25 ਸਿੰਘਾਂ ਦੇ ਜਥੇ ਦਾ
ਮੁਖੀ ਸੀ। 25 ਸਿੱਖਾਂ ਦੇ ਜਥੇ ਦਾ ਮੁਖੀ ਸੀ, ਇਸ ਕਰਕੇ ਉਹਨੂੰ ਜਥੇਦਾਰ ਆਖਿਆ ਗਿਆ। ਤੇ ਉਹ ਜਿਹੜਾ ਜਥੇਦਾਰ ਸੀ ਉਹ ਅਕਾਲ ਤਖਤ ਦਾ ਜਥੇਦਾਰ ਨਹੀਂ ਸੀ, ਉਹ 25 ਸਿੰਘਾਂ ਦੀ ਜਿਹੜੀ ਕਮੇਟੀ ਬਣਾਈ ਸੀ ਉਹਦਾ ਜਥੇਦਾਰ ਸੀ, ਉਹਦਾ ਉਹ ਮੁਖੀ ਸੀ। ਪਰ ਪੋਸਟ 1920 ਜਾਂ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਦੀ ਜਿਹੜਾ ਸਮਾਂ ਇਤਿਹਾਸ ਦੇ ਵਿੱਚ ਹੈ, ਉਹਦੇ ਵਿੱਚ ਇਹਨੂੰ ਤੇਜਾ ਸਿੰਘ ਭੁੱਚਰ ਨੂੰ ਅਕਾਲ ਤਖਤ ਦਾ ਜਥੇਦਾਰ ਕਰਕੇ ਵੀ ਆਖਿਆ ਗਿਆ। ਸੋ ਸਭ ਤੋਂ ਪਹਿਲਾਂ ਇਹ ਉੱਥੋਂ ਸ਼ਬਦ ਇਹ ਜਥੇਦਾਰ ਆਇਆ, ਇਹ 1920 ਚ ਜਿਹੜੀ ਮੀਟਿੰਗ ਹੋਈ, ਉਹ 25 ਦਾ ਮੁਖੀ ਸੀਗਾ, ਹਾਂ, ਜਿਹਨੂੰ ਆਪਾਂ ਚੇਅਰਮੈਨ ਕਹ ਲਓ, ਪ੍ਰਧਾਨ ਕਹ ਲਓ, ਉਹਨੂੰ ਨਾਂ ਜਥੇਦਾਰ ਦਿੱਤਾ ਗਿਆ। ਔਰ ਜਥੇਦਾਰ ਨਾਂ ਦਿੱਤਾ ਗਿਆ। ਔਰ ਜਦੋਂ ਅਸੀਂ 1920 ਤੋਂ ਬਾਅਦ ਦੇ ਜਥੇਦਾਰਾਂ ਦੀ, ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਲਿਸਟ ਪੜਾਂਗੇ, ਉਹਦੇ ਵਿੱਚ ਤੇਜਾ ਸਿੰਘ ਭੁੱਚਰ ਦਾ ਪਹਿਲੇ ਜਥੇਦਾਰ ਦੇ ਰੂਪ ਦੇ ਵਿੱਚ ਨਾਂ ਆਏਗਾ। ਇਹਦੇ ਵਿੱਚ ਉਹ ਸਮਾਂ ਵੀ ਆਇਆ ਜਿਸ ਵੇਲੇ ਅਕਾਲੀ ਫੂਲਾ ਸਿੰਘ ਦਾ ਪ੍ਰਬੰਧ ਵੀ ਰਿਹਾ ਇੱਥੇ, ਠੀਕ ਹੈ, ਰਣਜੀਤ ਸਿੰਘ ਦੇ ਰਾਜ ਸਮੇਂ ਵੀ ਅਕਾਲੀ ਫੂਲਾ ਸਿੰਘ ਨੇ ਵੀ ਆਪਣੇ ਆਪ ਨੂੰ ਜਥੇਦਾਰ ਨਹੀਂ ਅਖਵਾਇਆ। ਪੁਰਾਤਨ ਪੰਥ ਪ੍ਰਕਾਸ਼ ਜੀ, ਨਵੀਨ ਪੰਥ ਪ੍ਰਕਾਸ਼ ਤੇ ਉਸ ਵੇਲੇ ਦੇ ਜਿੰਨੇ ਸਰੋਤ ਗ੍ਰੰਥ ਹੈ ਜੀ, ਉਹਨਾਂ ਦੇ ਵਿੱਚ ਕਿਤੇ ਵੀ ਸ਼ਬਦ ਜਥੇਦਾਰ ਨਹੀਂ ਹੈ। 1925 ਦਾ ਵਿੱਚ ਬਣਿਆ ਹੋਇਆ ਗੁਰਦੁਆਰਾ ਐਕਟ, ਮੈਂ ਸਾਰਾ ਪੜ੍ਹਿਆ ਹੁਣ ਇਸ ਵਾਸਤੇ ਜੀ, ਸਾਰੇ ਐਕਟ ਦੇ ਵਿੱਚ ਕਿਤੇ ਵੀ ਜਥੇਦਾਰ ਸ਼ਬਦ ਨਹੀਂ ਹੈ। ਤੇ ਇਹਦੇ ਵਿੱਚ ਜਿਹੜੀਆਂ ਸੋਧਾਂ ਹੋਈਆਂ ਗੁਰਦੁਆਰਾ ਐਕਟ ਦੇ ਵਿੱਚ, ਜਿਹੜੇ ਅਪੈਂਡਿਕਸ ਤੇ ਅਪੈਂਡਿਸਿਸ ਨਾਲ ਅਟੈਚ ਹੋਏ, ਉਹਨਾਂ ਵਿੱਚ ਵੀ ਜਥੇਦਾਰ ਦਾ ਕੋਈ ਜ਼ਿਕਰ ਨਹੀਂ ਹੈ। ਸੋ ਇਹ 1920 ਤੋਂ ਇਹ ਜੋ ਚੱਲਿਆ ਜਥੇਦਾਰ, ਉਦੋਂ ਸੀ ਉਹ 25 ਸਿੰਘਾਂ ਦਾ ਮੁਖੀ। ਉਦੋਂ ਬਾਅਦ ਜਿਹੜੀ ਕਿ ਇਹਦੀ ਚੋਣ ਪ੍ਰਣਾਲੀ ਚੱਲੀ ਹੈ, ਕਿੱਦਾਂ ਇਹਨੂੰ ਚੁਣਨਾ, ਕਿੱਦਾਂ ਨਿਯੁਕਤੀ ਕਰਨੀ, ਇਹਦੀ ਟਰਮ ਜਾਂ ਇਹਦੇ ਪਾਵਰਸ, ਉਹ ਆਪਾਂ ਡਿਸਕਸ ਕਰਨੇ ਆ। ਉਸ ਤੋਂ ਪਹਿਲਾਂ ਉਦੋਂ ਅਕਤੂਬਰ 1920 ਤੋਂ ਇਮੀਡੀਏਟਲੀ ਬਾਅਦ ਵਿੱਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਜੀ, ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਸਤੇ ਜੀ, ਤੇ ਸਿਆਸੀ ਲੜਾਈ ਲੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆ ਗਿਆ। ਤੇ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਆਪਸ ਦੇ ਵਿੱਚ ਬਹੁਤ ਕਲੋਜ਼ ਸਨ। ਬਿਲਕੁਲ ਪੋਲੀਟੀਕਲ ਇੱਕ ਪਲੇਟਫਾਰਮ ਸੀ, ਇੱਕ ਹੀ ਪਲੇਟਫਾਰਮ ਸੀ ਦੋਹਾਂ ਦਾ, ਉਹਨਾਂ ਦਾ ਕਾਰਜ ਖੇਤਰ ਦੋਹਾਂ ਦਾ ਵੱਖਰਾ ਵੱਖਰਾ ਸੀ। ਤੇ ਉਸ ਵੇਲੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਨੀ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਸੀ ਜਿੰਨੀ ਅੱਜ ਦਿੱਤੀ ਜਾਂਦੀ ਹੈ। ਉਹਨਾਂ ਦਿਨਾਂ ਦੇ ਵਿੱਚ ਜੇ ਅਸੀਂ ਉਸ ਸਮੇਂ ਦਾ ਇਤਿਹਾਸ ਫੋਲ ਕੇ ਵੇਖੀਏ ਤੇ ਥੋੜੇ ਸਮੇਂ ਬਾਅਦ ਹੀ ਜਥੇਦਾਰ ਦੀ ਬਦਲੀ ਕਰ ਦਿੱਤੀ ਜਾਂਦੀ ਹੁੰਦੀ ਸੀ। ਉਹ ਜਥੇਦਾਰ ਦੀ ਨਿਯੁਕਤੀ ਹੋਣੀ, ਉਸ ਤੋਂ ਬਾਅਦ ਔਰ ਬਹੁਤੀ ਵਾਰੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਅਕਾਲ ਤਖਤ ਦਾ ਜਥੇਦਾਰ ਜਿਹੜਾ ਸੀਗਾ, ਜਾਂ ਅਕਾਲ ਤਖਤ ਦਾ ਜਿਹੜਾ ਵੀ ਇੰਚਾਰਜ ਸੀ, ਉਹਨੂੰ ਥਾਪ ਦਿੱਤਾ ਜਾਂਦਾ ਸੀ। ਮਾਸਟਰ ਤਾਰਾ ਸਿੰਘ ਕਈ ਵਾਰੀ ਰਹੇ, ਊਧਮ ਸਿੰਘ ਕਈ ਵਾਰ, ਨਾਗੋਕੇ ਜਿਹੜਾ ਉਹ ਕਈ ਵਾਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਰਿਹਾ। ਇਸੇ ਤਰ੍ਹਾਂ ਹੀ ਗੁਰਮੁਖ ਸਿੰਘ ਮੁਸਾਫਰ, ਉਹ ਵੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ। ਇਹ ਸਾਰੇ ਪੋਲੀਟੀਕਲ ਲੋਕ ਹੁੰਦੇ ਸਨ ਜਿਹੜੇ ਸ਼੍ਰੋਮਣੀ ਅਕਾਲੀ ਦਲ 'ਚ ਕੰਮ ਕਰਦੇ ਹੁੰਦੇ ਸੀ। ਇੱਕ ਗੱਲ ਧਿਆਨ 'ਚ ਰੱਖਣ ਦੀ ਲੋੜ ਹੈ, ਅਕਾਲ ਤਖਤ ਸਾਹਿਬ ਤੇ ਦੂਸਰੇ ਜਿਹੜੇ ਸਾਡੇ 4 ਤਖਤ ਹੈ, ਇਹ ਗੁਰਦੁਆਰਾ ਨਹੀਂ ਹੈ। ਅਕਾਲ ਤਖਤ ਸਾਹਿਬ ਦਾ ਜਿਹੜਾ ਪ੍ਰਬੰਧਕ ਹੈ ਜਾਂ ਮੈਨੇਜਰ ਹੈ ਜਾਂ ਕੇਅਰ ਟੇਕਰ ਹੈ, ਉਹ ਗ੍ਰੰਥੀ ਨਹੀਂ ਹੁੰਦਾ, ਉਹ ਇੱਕ ਕਿਸਮ ਦਾ ਸਾਡਾ ਰਾਜਨੀਤਿਕ ਆਗੂ ਹੁੰਦਾ ਹੈ। ਔਰ ਉਹਦੀਆਂ ਫਿਰ ਅੱਜ ਜਦੋਂ ਇਹ ਤਾਂ ਅਕਾਲ ਤਖਤ ਤੱਕ ਦੀ ਗੱਲ ਸੀਮਤ ਹੈ, ਫਿਰ ਉਸ ਤੋਂ ਬਾਅਦ ਸਾਡੇ 3 ਹੋਰ ਤਖਤ ਸਨ, ਹੁਣ 4 ਨੇ ਜੀ। 60s ਦੇ ਵਿੱਚ, 60ਵਿਆਂ ਦੇ ਵਿੱਚ ਅਸੀਂ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਨੂੰ ਵੀ ਆਪਣਾ ਤਖਤ ਬਣਾਇਆ। ਉਹਦੇ ਪਿੱਛੇ ਕਾਰਨ ਕੋਈ ਵੀ ਹੋ ਸਕਦਾ ਹੈ, ਪਰ ਮੈਨੂੰ ਇੱਦਾਂ ਲੱਗਦਾ ਹੈ ਵੀ ਆਪਣੇ ਆਪਣੇ ਇਲਾਕੇ ਦੀਆਂ ਸਿੱਖ ਸੰਗਤਾਂ ਦੀ ਨੁਮਾਇੰਦਗੀ ਕਰਨ ਵਾਸਤੇ 3 ਤਖਤ ਪੰਜਾਬ ਵਿੱਚ ਨੇ, ਮਾਝਾ, ਦੁਆਬਾ ਤੇ ਮਾਲਵਾ। ਅਕਾਲ ਤਖਤ ਸਾਹਿਬ ਮਾਝੇ ਵਿੱਚ ਹੋ ਗਿਆ, ਤਖਤ ਕੇਸਗੜ੍ਹ ਸਾਹਿਬ ਦੁਆਬੇ 'ਚ ਹੋ ਗਿਆ, ਤਖਤ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਜਿਹੜਾ ਹੈ ਉਹ ਮਾਲਵੇ ਦੇ ਵਿੱਚ ਹੋ ਗਿਆ, ਤਿੰਨਾਂ ਦੇ ਵਿੱਚ ਹੋ ਗਿਆ। ਫਿਰ ਈਸਟ ਦੇ ਵਿੱਚ ਬੰਗਾਲ ਸਾਈਡ ਦੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਸਤੇ ਤਖਤ ਪਟਨਾ ਸਾਹਿਬ ਬਣਾ ਲਿਆ ਗਿਆ, ਤੇ ਸਾਊਥ ਦੀ ਦੱਖਣ ਦੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਸਤੇ ਤਖਤ ਹਜੂਰ ਸਾਹਿਬ ਜਿਹੜਾ ਉਹ ਮਿਥ ਲਿਆ ਗਿਆ। ਅੱਜ 3 ਤਖਤ ਨੇ ਜਿਹੜੇ, ਉਹਨਾਂ ਦਾ ਜਿਹੜਾ ਪ੍ਰਬੰਧ ਹੈ ਪੰਜਾਬ ਦਿਆਂ ਦਾ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਵਿੱਚ ਹੈ। ਹੁਣ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਦੀ ਚੋਣ ਕਰਨ ਦਾ ਕੋਈ ਵਿਧੀ ਵਿਧਾਨ ਲਿਖਤੀ ਰੂਪ 'ਚ ਕੋਈ ਨਹੀਂ, ਰਹਿਤ ਮਰਿਆਦਾ ਵਿੱਚ ਜਾਂ ਕਿਤੇ ਇਤਿਹਾਸ ਵਿੱਚ ਮੇਰੇ ਕੋਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 50 ਸਾਲਾ ਇਤਿਹਾਸ ਹੈ 1926 ਤੋਂ ਲੈ ਕੇ ਤੇ 1976 ਤੱਕ। ਇਸ ਪੂਰੇ 50 ਸਾਲਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਇੱਕ ਵੀ ਰੈਜ਼ੋਲੂਸ਼ਨ ਅਕਾਲ ਤਖਤ ਸਾਹਿਬ ਦੀ ਨਿਯੁਕਤੀ ਜਾਂ ਸੇਵਾ ਮੁਕਤੀ ਜਾਂ ਉਹਨਾਂ ਦੇ ਅਧਿਕਾਰ ਖੇਤਰ ਦੇ ਸੰਬੰਧ ਵਿੱਚ ਜਥੇਦਾਰ ਦੇ ਸੰਬੰਧ ਵਿੱਚ ਨਹੀਂ ਕੀਤਾ ਹੋਇਆ, ਬਿਲਕੁਲ ਨਹੀਂ ਕੀਤਾ ਹੋਇਆ। ਜਿਹੜਾ ਪਹਿਲਾਂ ਇੱਕ ਨੀਅਤ ਕੀਤਾ ਸੀ, ਲਿਖਤੀ ਰੂਪ ਦੇ ਵਿੱਚ ਨਹੀਂ ਕਿਤੇ ਮੈਨੂੰ ਲੱਭਾ, ਪਰ ਮੇਰੇ ਧਿਆਨ 'ਚ ਹੈ, ਉਹ ਇਹ ਸੀ ਵੀ ਗੁਰਦੁਆਰਾ ਐਕਟ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਧਰਮ ਪ੍ਰਚਾਰ ਬੋਰਡ ਬਣਾਉਣਾ ਪੈਂਦਾ ਹੈ। ਉਹ ਜਿਹੜਾ ਧਰਮ ਪ੍ਰਚਾਰ ਬੋਰਡ ਹੈ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਆਜ਼ਾਦ ਹੁੰਦਾ ਹੈ, ਤੇ ਜਦੋਂ ਵੀ ਤਖਤਾਂ ਦੇ ਜਥੇਦਾਰ ਦੀ ਨਿਯੁਕਤੀ ਕਰਨੀ ਹੁੰਦੀ ਆ, ਧਰਮ ਪ੍ਰਚਾਰ ਬੋਰਡ ਆ ਜਿਹੜਾ ਉਹ 3 ਨਾਂ ਤਜਵੀਜ਼ ਕਰਦਾ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੂੰ। ਠੀਕ, 3 ਨਾਂ ਪ੍ਰਪੋਜ਼ ਕਰਦਾ। ਉਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਦੀ ਚੋਣ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੇ ਵਿੱਚ ਕਰ ਲਈ ਜਾਂਦੀ ਹੈ। ਜੇ ਕਿਤੇ ਐਸੀ ਗੱਲ ਹੋਵੇ ਕਿ ਉਹਨਾਂ ਤਿੰਨਾਂ 'ਚੋਂ ਕੋਈ ਵੀ ਨਾ ਹੋਵੇ ਤੇ ਉਹ ਫਿਰ ਲਿਖਦੇ ਨੇ ਵੀ ਸਾਨੂੰ ਕੋਈ ਵੀ ਮਨਜ਼ੂਰ ਨਹੀਂ, ਹੋਰ ਤੁਸੀਂ ਨਾਂ ਦਿਓ। ਧਰਮ ਪ੍ਰਚਾਰ ਬੋਰਡ ਜਿਹੜਾ ਹੈ ਉਹ ਪ੍ਰਪੋਜ਼ ਕਰਦਾ ਹੈ, 3 ਨਾਂ ਤਜਵੀਜ਼ ਕਰਦਾ, ਤੇ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਉਹਨਾਂ ਤਿੰਨਾਂ ਵਿੱਚੋਂ ਕਿਸੇ ਇੱਕ ਦੀ ਸਿਲੈਕਸ਼ਨ ਕਰਦੀ ਹੈ। ਉਹ ਜਿਹੜੀ ਸਿਲੈਕਸ਼ਨ ਹੈ ਉਹ ਫਿਰ ਅਨਾਊਂਸ ਕਰ ਦਿੱਤੀ ਜਾਂਦੀ ਹੈ। ਭਾਈ ਫਾਰ ਐਗਜ਼ਾਮਪਲ ਉਦਾਹਰਣ ਦੇ ਤੌਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਇਸ ਸ਼ਖਸ ਨੂੰ ਨਾਮਜ਼ਦ ਕਰਨ ਦਾ ਫੈਸਲਾ ਲੈ ਲਿਆ ਗਿਆ ਹੈ। ਉਹ ਫਿਰ ਉਹਦੀ ਜਿਹੜੀ ਅਨਾਊਂਸਮੈਂਟ ਹੈ ਉਹ 1 ਮਹੀਨਾ ਤੱਕ ਰਹਿੰਦੀ ਹੈ। 1 ਮਹੀਨੇ ਤੱਕ ਜੇ ਕਿਸੇ ਨੇ ਇਤਰਾਜ਼ ਕਰਨੇ ਆ ਉਹਨਾਂ ਦੀ ਨਿਯੁਕਤੀ ਦੇ ਉੱਤੇ ਤੇ ਉਹ ਕੀਤਾ ਜਾ ਸਕਦੇ ਆ। 1 ਮਹੀਨੇ ਤੋਂ ਬਾਅਦ ਉਹਨਾਂ ਦੀ ਜਿਹੜੀ ਤਾਜਪੋਸ਼ੀ ਸ਼ਬਦ ਵਰਤਿਆ ਜਾਂਦਾ ਹੈ, ਪਤਾ ਨਹੀਂ ਕਿਉਂ ਜੀ, ਉਹ ਦਿਨ ਨਿਯਤ ਕਰ ਦਿੱਤਾ ਜਾਂਦਾ ਹੈ। ਸਾਰੀਆਂ ਸਿੰਘ ਸਭਾਵਾਂ ਨੂੰ, ਪੰਥਕ ਸੰਪਰਦਾਵਾਂ ਨੂੰ, ਜਥੇਬੰਦੀਆਂ ਨੂੰ ਸੱਦਾ ਦੇ ਦਿੱਤਾ ਜਾਂਦਾ ਹੈ ਕਿ ਇੰਨੀ ਤਰੀਕ ਨੂੰ ਇਹਨਾਂ ਦੀ ਫਲਾਣੇ ਤਖਤ ਦੇ ਜਥੇਦਾਰ ਦੇ ਰੂਪ ਦੇ ਵਿੱਚ ਤਾਜਪੋਸ਼ੀ ਹੋਣੀ ਹੈ। ਉਸ ਵੇਲੇ ਫਿਰ ਸਾਰੀਆਂ ਸਿੰਘ ਸਭਾਵਾਂ, ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਵੱਲੋਂ ਸਰੋਪਾਓ ਲੈ ਕੇ ਉੱਥੇ ਪਹੁੰਚਦੀਆਂ, ਤੇ ਉਹ ਜਿਹੜੀ ਸਾਰਾ ਕੁਝ ਹੁੰਦਾ ਹੈ ਉਹਨੂੰ ਫਿਰ ਉਸ ਸ਼ਖਸ ਦੀ, ਉਸ ਸਥਾਨ ਦੀ ਜਿਹੜੀ ਜਥੇਦਾਰੀ ਦੇ ਰੂਪ ਦੇ ਵਿੱਚ ਪ੍ਰਵਾਨਗੀ ਸਮਝਿਆ ਜਾਂਦਾ ਹੈ। ਇਹ ਇੱਕ ਸਿਸਟਮ ਪੁਰਾਣੇ ਸਮੇਂ ਦੇ ਵਿੱਚ ਬਣਾਇਆ ਗਿਆ ਸੀ, ਪਰ ਇਹਨੂੰ ਫਾਲੋ ਨਹੀਂ ਕੀਤਾ। ਪਰ ਜਿਹੜਾ ਉਹ ਤੁਸੀਂ ਜਿਸ ਤਰ੍ਹਾਂ ਦੱਸਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੇ ਧਰਮ ਪ੍ਰਚਾਰ ਬੋਰਡ ਬਣਾਉਣਾ, ਇੱਕ ਧਰਮ ਪ੍ਰਚਾਰ ਬੋਰਡ ਨੇ 3 ਨਾਂ ਕੀਤੇ, ਤਜਵੀਜ਼ ਕਰਨੇ ਆ, ਤੇ ਮੁੜ ਕੇ ਸ਼੍ਰੋਮਣੀ ਕਮੇਟੀ ਨੇ। ਸੋ ਓਵਰਆਲ ਸ਼੍ਰੋਮਣੀ ਕਮੇਟੀ ਇੰਚਾਰਜ ਆ, ਸ਼੍ਰੋਮਣੀ ਕਮੇਟੀ ਇੰਚਾਰਜ ਹੈ ਪਰ ਸਿਲੈਕਸ਼ਨ ਦੀ। ਪਰ ਉਹਦੇ ਬਾਵਜੂਦ ਵੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਦੂਸਰੀਆਂ ਸਿੰਘ ਸਭਾਵਾਂ ਜਾਂ ਦੂਜੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਉਹਨਾਂ ਦੀ ਸੇ ਨਹੀਂ ਹੈ। ਉਹਨਾਂ ਨੂੰ ਪੂਰਾ ਅਧਿਕਾਰ ਆ ਉਹਦੇ ਵਿੱਚ ਆਪਣੇ ਖਿਆਲ ਰੱਖਣ ਦਾ, ਜਦ ਤੱਕ ਉਹਦੀ ਤਾਜਪੋਸ਼ੀ ਨਹੀਂ ਹੁੰਦੀ। ਪਰ ਇਵੇਂ ਹੁੰਦਾ ਨਹੀਂ। ਆਪਾਂ ਪਿਛਲੇ ਪ੍ਰੋਗਰਾਮਾਂ ਦੌਰਾਨ ਡਾਕਟਰ ਸਾਹਿਬ ਇੱਕ ਗੱਲ ਬੜੀ ਸਪਸ਼ਟ ਕੀਤੀ ਸੀ ਕਿ ਗੁਰਦੁਆਰਾ ਐਕਟ 1925 ਦੇ ਮੁਤਾਬਕ ਵੋਟਾਂ ਰਾਹੀਂ ਇਲੈਕਸ਼ਨ ਕਰਵਾ ਕੇ ਸ਼੍ਰੋਮਣੀ ਕਮੇਟੀ ਦੀ ਚੋਣ ਕੀਤੀ ਜਾਂਦੀ ਹੈ ਜੀ, ਤੇ ਉਹ ਜਿਹੜੀ ਚੋਣ ਹੈ ਉਹ ਇੱਕ ਪੋਲੀਟੀਕਲ ਰਾਜਨੀਤਿਕ ਪਲੇਟਫਾਰਮ ਤੋਂ ਲੜੀ ਜਾਂਦੀ ਹੈ। ਰਾਜਨੀਤਿਕ ਪਾਰਟੀ ਦਾ ਪ੍ਰਧਾਨ ਟਿਕਟਾਂ ਦਿੰਦੀ ਵੰਡ ਕਰਦਾ ਹੈ ਔਰ ਰਾਜਨੀਤਿਕ ਪਾਰਟੀ ਵੱਲੋਂ ਹੀ ਉਹਨਾਂ ਦੀ ਇਲੈਕਸ਼ਨ ਲੜੀ ਜਾਂਦੀ ਹੈ, ਤੇ ਜਦੋਂ ਉਹ ਇਲੈਕਸ਼ਨ ਜਿੱਤ ਕੇ ਵਾਪਸ ਸ਼੍ਰੋਮਣੀ ਕਮੇਟੀ ਦੇ ਵਿੱਚ ਮੈਂਬਰ ਦੇ ਰੂਪ ਦੇ ਵਿੱਚ ਜਾਂਦੇ ਹੈ, ਤੇ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਘੱਟ ਹੁੰਦੇ ਆ, ਪਰ ਉਹ ਆਪਣੀ ਰਾਜਨੀਤਿਕ ਪਾਰਟੀ ਦੇ ਜਿਹੜੇ ਵਰਕਰ ਹੈ ਉਹ ਜ਼ਿਆਦਾ ਹੁੰਦੇ ਆ। ਰਾਜਨੀਤਿਕ ਪਾਰਟੀ ਦੇ ਪਲੇਟਫਾਰਮ ਤੋਂ ਰਾਜਨੀਤਿਕ ਏਜੰਡੇ ਨੂੰ ਮੁੱਖ ਰੱਖ ਕੇ ਸ਼੍ਰੋਮਣੀ ਕਮੇਟੀ ਦੀ ਲੜੀ ਹੋਈ ਚੋਣ ਵਿੱਚੋਂ ਚੁਣੇ ਹੋਏ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਆ ਉਹ ਹਮੇਸ਼ਾ ਹੀ ਔਰ ਨੈਚੁਰਲੀ, ਕੁਦਰਤੀ ਰੂਪ ਦੇ ਵਿੱਚ ਹੀ ਉਹ ਆਪਣੀ ਜਿਹੜੀ ਰਾਜਨੀਤਿਕ ਪਾਰਟੀ ਆ ਉਹਦੇ ਹਿੱਤਾਂ ਨੂੰ ਮੁੱਖ ਰੱਖ ਕੇ ਹੀ ਸਾਰਾ ਕੁਝ ਕਰਨਗੇ, ਕਿਉਂਕਿ ਇੱਕ ਸਿਸਟਮ ਇੱਕ ਐਸਾ ਬਣਿਆ ਹੋਇਆ। ਹੁਣ ਪਿਛਲੇ ਸਮਿਆਂ ਦੇ ਵਿੱਚ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਇੰਨੀ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਸੀ। ਅੱਛਾ, ਇਹ ਤੋਂ ਪਹਿਲਾਂ ਜਾਣ ਤੋਂ ਇਹ ਜਿਹੜੇ 3 ਨਾਂ ਚੁਣਨੇ ਆ, ਹਾਂ, ਇਹ ਜਿਹੜੇ 3 ਤਖਤ ਪੰਜਾਬ ਦੇ ਵਿੱਚ ਉਹਨਾਂ ਵਾਸਤੇ ਤਿੰਨ ਨਾਂ ਜਿਹੜੇ ਦਿੱਤੇ ਉਹਨਾਂ ਦੀ ਨਹੀਂ, ਉਹ ਇਕੱਲੇ ਤਖਤ ਜਦੋਂ ਵੀ ਨਿਯੁਕਤੀ ਹੋਣੀ ਆ, ਇੱਕ ਤਖਤ ਦੀ ਨਿਯੁਕਤੀ ਵਾਸਤੇ 3 ਨਾਂ ਜਿਹੜੇ, ਅੱਛਾ ਠੀਕ ਹੈ, ਤਿੰਨਾਂ ਵਾਸਤੇ ਨਹੀਂ, ਇੱਕ ਵਾਸਤੇ 3 ਨਾਂ ਜਿਹੜੇ ਉਹ ਪ੍ਰਪੋਜ਼ ਹੋਣੇ ਆ। ਜਿਹੜੇ ਪੰਜਾਬ ਤੋਂ ਬਾਹਰ ਹੈ, ਪਟਨਾ ਸਾਹਿਬ ਹੈ ਜਾਂ ਹਜੂਰ ਸਾਹਿਬ ਹੈ, ਉਹਨਾਂ ਦੀ ਗੱਲ ਫਿਰ ਉਹਨਾਂ ਦੇ ਪ੍ਰਬੰਧ ਦੀ ਆਪਣੀ ਕਮੇਟੀ ਹੈ, ਉਹ ਆਪਣੀ ਕਮੇਟੀ ਵੱਲੋਂ ਜਿਹੜੀ ਆ ਕੀਤੀ ਜਾਂਦੀ ਹੈ। 79 ਚ 1979 ਚ ਜੀ ਅਕਾਲੀਆਂ ਦੀ ਆਪਸ ਵਿੱਚ ਲੜਾਈ ਹੋਈ। ਟੌੜਾ, ਤਲਵੰਡੀ, ਬਾਦਲ ਹੋਰਾਂ ਨੇ ਮੋਹਨ ਸਿੰਘ ਤੁੜ ਨੂੰ ਗੁੱਠੇ ਲਾਉਣ ਵਾਸਤੇ ਇੱਕ
ਆਪਸੀ ਇਹਨਾਂ ਦੀ ਪੋਲੀਟੀਕਲ ਲੜਾਈ ਹੋਈ। ਜੀ ਉਹਦੇ ਵਿੱਚ ਇਹਨਾਂ ਨੇ ਮੌਕੇ ਦੇ ਅਕਾਲ ਤਖਤ ਦੇ ਜਥੇਦਾਰ ਨੂੰ ਜਾ ਕੇ ਅਪਰੋਚ ਕੀਤਾ ਵੀ ਤੁਸੀਂ ਅਕਾਲੀ ਦਲ ਦਾ ਫੈਸਲਾ ਕਰਵਾ ਦਿਓ। ਇਸ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਨੂੰ ਵੀ ਤੇ ਸੰਤ ਫਤਿਹ ਸਿੰਘ ਨੂੰ ਵੀ ਅਕਾਲੀ ਦਲ ਦੇ ਲੀਡਰ ਹੋਣ ਦੇ ਤੌਰ ਤੇ ਪੰਥਕ ਰਵਾਇਤਾਂ ਦੇ ਖਿਲਾਫ ਫੈਸਲੇ ਕਰਨ ਵਜੋਂ ਤਨਖਾਹ ਤੇ ਅਕਾਲ ਤਖਤ ਵੱਲੋਂ ਲਾਈ ਜਾਂਦੀ ਰਹੀ। ਜੀ ਪਰ ਅਕਾਲ ਤਖਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੋਲੀਟੀਕਲ ਜਿਹੜੀ ਰਨਿੰਗ ਸੀਗੀ ਉਹਦੇ ਵਿੱਚ ਇੰਟਰਫੇਅਰ ਨਹੀਂ ਕੀਤਾ ਗਿਆ। ਠੀਕ ਹੈ। ਸਭ ਤੋਂ ਪਹਿਲਾਂ ਮੇਰੇ ਕੋਲ ਹੈਗੀ ਡੇਟ ਹੈ ਜੀ 26 ਸਤੰਬਰ 1979 ਨੂੰ ਜਦੋਂ ਜਗਦੇਵ ਸਿੰਘ ਤਲਵੰਡੀ ਤੇ ਗੁਰਚਰਨ ਸਿੰਘ ਟੌੜੇ ਨੇ ਦੋਹਾਂ ਨੇ ਰਲ ਕੇ ਅਕਾਲ ਤਖਤ ਤੇ ਅਪਰੋਚ ਕੀਤੀ ਵੀ ਸਾਡੇ ਤੁਸੀਂ ਜਿਹੜੇ ਆਪਸ ਦੇ ਵਿੱਚ ਹੈਗੇ ਨੇ ਸਾਡੇ ਮਤਭੇਦ ਹੈ ਉਹ ਦੂਰ ਕੀਤੇ ਜਾਣ। ਉਸ ਤੋਂ ਬਾਅਦ ਇੱਕ ਰਵਾਇਤ ਹੀ ਬਣ ਗਈ, ਜਦੋਂ ਛੋਟੀ ਜਿਹੀ ਵੀ ਗੱਲ ਹੋਣੀ ਉਦੋਂ ਚਲੇ ਜਾਣੀ। ਫਿਰ ਉਹ ਸਮਾਂ ਆ ਗਿਆ, ਇਹ 79 ਦੀ ਗੱਲ ਹੈ। 82 ਦੇ ਵਿੱਚ ਧਰਮਯੁੱਧ ਮੋਰਚਾ ਜਿਹੜਾ ਸੀ ਉਹ ਐਕਟਿਵ ਹੋ ਗਿਆ, ਸਾਰਾ ਕੁਝ ਹੋ ਗਿਆ। ਉਧਰੋਂ ਭਿੰਡਰਾਂ ਵਾਲੇ ਇੱਕ ਸ਼ਕਤੀ ਬਣ ਕੇ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਉੱਭਰੇ, ਦੂਸਰੇ ਪਾਸੇ ਬੱਬਰ ਖਾਲਸਾ ਵਾਲੇ ਆਪਣੀ ਸ਼ਕਤੀ ਬਣ ਕੇ ਨਿਕਲੇ। ਔਰ ਉਸ ਤੋਂ ਬਾਅਦ ਬਲੂ ਸਟਾਰ ਆਪਰੇਸ਼ਨ ਹੋ ਗਿਆ ਜੀ। ਬਲੂ ਸਟਾਰ ਆਪਰੇਸ਼ਨ ਜਿਸ ਵੇਲੇ ਹੋਇਆ ਹੈ ਉਸ ਵੇਲੇ ਜਥੇਦਾਰ ਨੇ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਤੇ ਗਿਆਨੀ ਕਿਰਪਾਲ ਸਿੰਘ ਜਿਹੜੇ ਨੇ ਉਹਨਾਂ ਦਾ ਜਿਹੜਾ ਪਿਛੋਕੜ ਹੈ ਦਮਦਮੀ ਟਕਸਾਲ ਨਾਲ ਹੈ ਤੇ ਉਹ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਬਹੁਤ ਇੱਕ ਕਿਸਮ ਦੇ ਜਿਹੜੇ ਹੁੰਦੇ ਨਾ ਮਤਲਬ ਫੇਵਰਿਟ ਸਟੂਡੈਂਟ ਹੁੰਦੇ ਆ ਜੀ, ਉਹਨਾਂ ਦੇ ਬਹੁਤ ਫੇਵਰਿਟ ਸਟੂਡੈਂਟ ਸੀ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅੱਖੀਂ ਡਿੱਠਾ ਸਾਕਾ ਨੀਲਾ ਤਾਰਾ ਦੇ ਹਾਲਤ ਜਿਹੜੇ ਆ ਉਹ ਲਿਖੇ ਨੇ, ਜਿਹੜੇ ਉਹਨਾਂ ਤੋਂ ਬਾਅਦ ਵਿੱਚ ਜਦੋਂ ਸੇਵਾ ਮੁਕਤ ਹੋ ਗਏ ਸੀ ਉਸ ਤੋਂ ਬਾਅਦ ਉਹ ਛਪੇ। ਉਹਦੇ ਵਿੱਚ ਉਹਨਾਂ ਇੱਕ ਸ਼ਬਦ ਵਰਤਿਆ ਡਾਕਟਰ ਸਾਹਿਬ ਜੀ, ਤੁਹਾਡੇ ਕੋਲ ਰੈਫਰੈਂਸ ਮੈਂ ਲੈ ਕੇ ਆਇਆ ਸਾਰਾ ਇਹ ਹਾਂਜੀ, ਵੀ ਕਿਉਂਕਿ ਇਹ ਇੱਕ ਸੈਂਸਿਟਿਵ ਸਬਜੈਕਟ ਹੈ। ਇਸ ਵਰਡ ਟੂ ਵਰਡ ਪੜ੍ਹ ਕੇ ਸੁਣਾ ਦਿਓ, ਚਾਰ ਲੈਣਾ ਸਰ। ਇਹ ਉਹ ਨੇ ਉਹ ਸਮਾਂ ਹੈ 3 ਜੂਨ ਨੂੰ ਉਹ ਲਿਖਦੇ ਨੇ ਵੀ ਭਾਈ ਅਮਰੀਕ ਸਿੰਘ ਤੇ ਰਛਪਾਲ ਸਿੰਘ ਮੇਰੇ ਕੋਲ ਆਏ ਤੇ ਉਹਨਾਂ ਨੇ ਮੈਨੂੰ ਕਿਹਾ, ਰਛਪਾਲ ਸਿੰਘ PAC ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ, ਭਾਈ ਕਿਰਪਾਲ ਸਿੰਘ ਕੋਲ ਆਏ ਨੇ, ਗਿਆਨੀ ਕਿਰਪਾਲ ਸਿੰਘ ਜਥੇਦਾਰ ਕੋ ਆਏ ਜੀ, ਵੀ ਤੁਸੀਂ ਹੁਕਮਨਾਮਾ ਜਾਰੀ ਕਰੋ ਕਿ ਸਾਰੇ ਸਿੱਖ ਫੌਜੀ ਤੇ ਸਿੱਖ ਅਫਸਰ ਅਸਤੀਫੇ ਦੇ ਕੇ ਹਰਮੰਦਰ ਸਾਹਿਬ ਆ ਜਾਣ ਜੀ। ਤੇ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਮੈਂ ਪੜ੍ਹ ਕੇ ਜਿੱਦਾਂ ਤੁਸੀਂ ਕਹਿ ਦਿੱਤਾ ਜੀ, ਉਹਨਾਂ ਨੇ ਕਿਹਾ ਵੀ ਪਹਿਲੀ ਗੱਲ ਤਾਂ ਇਹ ਕਿ ਮੈਂ ਕੋਈ ਡਿਕਟੇਟਰ ਨਹੀਂ, ਜੋ ਅਜਿਹੇ ਮਸਲੇ ਬਾਰੇ ਜਿਸ ਨਾਲ ਸਾਰੀ ਸਿੱਖ ਕੌਮ ਦਾ ਭਵਿੱਖ ਜੁੜਿਆ ਹੋਵੇ ਬਿਨਾਂ ਕਿਸੇ ਪੰਥਕ ਮੁਖੀ ਜਾਂ ਪੰਥ ਦੀ ਜਥੇਬੰਦੀ ਜਾਂ ਸਾਰੀਆਂ ਸਿੱਖ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕੀਤੇ ਤੋਂ ਬਗੈਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਜਿਹਾ ਹੁਕਮ ਜਾਰੀ ਕਰਦਿਆਂ ਜਿਸ ਨਾਲ ਫਾਇਦੇ ਦੀ ਬਜਾਏ ਨੁਕਸਾਨ ਵੀ ਹੋ ਸਕਦਾ ਹੋਵੇ। ਜੀ, ਮੈਂ ਪੰਥ ਦਾ ਸੇਵਾਦਾਰ ਜਾਂ ਪੰਥ ਦਾ ਬੁਲਾਰਾ ਹਾਂ, ਬੁਲਾਰਾ ਸਪੋਕਸਪਰਸਨ ਆ। ਪੰਥ ਵੱਲੋਂ ਕੀਤੇ ਫੈਸਲੇ ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕਰਨ ਦਾ ਹੱਕ ਰੱਖਦਾ ਹਾਂ। ਪੰਥ, ਇਹ ਨੋਟ ਕਰਨ ਯੋਗ ਹੈ, ਪੰਥ ਵੱਲੋਂ ਕੀਤੇ ਫੈਸਲੇ ਨੂੰ ਹੀ ਮੈਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕਰਨ ਦਾ ਹੱਕ ਰੱਖਦਾ ਹਾਂ। ਇਹ ਸ਼ਬਦ ਨੇ ਜਿਹੜੇ ਉਹਨਾਂ ਨੇ ਭਾਈ ਅਮਰੀਕ ਸਿੰਘ ਨੂੰ ਗਿਆਨੀ ਕਿਰਪਾਲ ਸਿੰਘ ਹੋਰਾਂ ਨੇ ਜਿਹੜੇ ਕਹੇ, ਉਹ ਲੰਬੀ ਹੈ 2 ਪੇਜ ਦੀ ਸਾਰੀ ਉਹਨਾਂ ਦੀ ਵਾਰਤਾਲਾਪ ਦੱਸ ਚੁੱਕੇ ਨਾ। ਪਹਿਲੀ ਪਰੰਪਰਾ ਉਹਦੇ ਵਿੱਚ 5 ਚੁਣਦੇ ਸੀ, ਹੁਣ ਉਹ ਲਾਗੂ ਕਰਦਾ ਸੀ। ਅੱਜ ਸਮਾਂ ਇਹ ਬਣ ਗਿਆ, ਉਸ ਤੋਂ ਬਾਅਦ ਸਮਾਂ ਐਸਾ ਬਣ ਗਿਆ ਭਈ ਆਪਣੇ ਝੋਲੇ ਵਿੱਚ ਹੀ ਰੱਖ ਕੇ ਅਕਾਲ ਤਖਤ ਦੀ ਸਟੈਂਪ ਤੇ ਹੁਕਮਨਾਮੇ ਜਾਰੀ ਹੁੰਦੇ ਰਹੇ। ਔਰ ਐਸਾ ਫੇਜ਼ ਵੀ ਆਇਆ ਜਦੋਂ ਪਹਿਲਾਂ ਪੋਲੀਟੀਕਲ ਕਿਸਮ ਦੇ ਲੋਕ ਅਕਾਲ ਤਖਤ ਸਾਹਿਬ ਦੇ ਜਾਂ ਬਾਕੀ ਤਖਤਾਂ ਦੇ ਜਥੇਦਾਰ ਬਣਦੇ ਹੁੰਦੇ ਸਨ। ਉਸ ਤੋਂ ਬਾਅਦ ਇੱਕ ਐਸਾ ਫੇਜ਼ ਆਇਆ ਜਦੋਂ ਗ੍ਰੰਥੀ ਤੇ ਪ੍ਰਚਾਰਕ ਕਿਸਮ ਦੇ ਲੋਕ ਤਖਤਾਂ ਦੇ ਜਥੇਦਾਰ ਬਣਨੇ ਸ਼ੁਰੂ ਹੋ ਗਏ ਜੀ। ਇਹ ਇੱਕ ਵੱਖਰਾ ਵਿਸ਼ਾ ਹੈ। ਔਰ ਉਹਨਾਂ ਨੇ ਫਿਰ ਗਿਆਨੀ ਕਿਰਪਾਲ ਸਿੰਘ ਸ਼ਾਇਦ ਇਸ ਕਤਾਰ ਦੇ ਪਹਿਲੇ ਜਥੇਦਾਰ ਸਨ। ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਤੋਂ ਇਹਨਾਂ ਦੀ ਤਰੱਕੀ ਹੋ ਕੇ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ। ਉਹਨਾਂ ਨੇ ਆਪਣੇ ਤੌਰ ਤੇ ਜਿਹੜੇ ਫੈਸਲੇ ਕੀਤੇ ਉਹ ਬਹੁਤੀ ਵਾਰੀ ਆਪਣੇ ਰਾਜਨੀਤਿਕ ਪਾਰਟੀਆਂ ਦੇ ਮੁਖੀਆਂ ਨੂੰ ਖੁਸ਼ ਕਰਨ ਵਾਸਤੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ, ਉਸ ਤੋਂ ਬਾਅਦ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਵੀ ਜਥੇਦਾਰ ਹੈ, ਸਾਜ ਜਸਪਾਲ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਉਹ ਵੀ ਜਥੇਦਾਰ ਹੈ। ਉਸ ਤੋਂ ਬਾਅਦ ਬੜਾ ਲੰਬਾ ਸਮਾਂ ਸਿੰਘ ਸਾਹਿਬ ਭਾਈ ਮਨਜੀਤ ਸਿੰਘ, ਪ੍ਰੋਫੈਸਰ ਮਨਜੀਤ ਸਿੰਘ ਐਕਟਿੰਗ ਜਥੇਦਾਰ ਹੈ ਅਕਾਲ ਤਖਤ ਸਾਹਿਬ ਦੇ, ਜਿਸ ਵੇਲੇ ਭਾਈ ਰਣਜੀਤ ਸਿੰਘ ਜੇਲ੍ਹ ਵਿੱਚ ਸਨ, ਐਕਟਿੰਗ ਜਥੇਦਾਰ ਹੈ। ਜਦੋਂ ਉਹ ਐਕਟਿੰਗ ਜਥੇਦਾਰ ਸਨ, ਮੈਨੂੰ ਇਹ ਫਸਟ ਹੈਂਡ ਇਹ ਇਨਫੋਰਮੇਸ਼ਨ ਹੈ ਜੀ, ਉਸ ਵੇਲੇ ਇੱਕ
ਵਿਦਵਾਨਾਂ ਦੇ ਵਿੱਚ ਇੱਕ ਰਾਏ ਜਾਣਨ ਵਾਸਤੇ ਇੱਕ ਗੱਲ ਸ਼ੁਰੂ ਕੀਤੀ ਗਈ ਭਈ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਉਹਨਾਂ ਦੀ ਸੇਵਾ ਮੁਕਤੀ, ਜੀ ਉਹਨਾਂ ਦਾ ਕਾਰਜ ਖੇਤਰ ਤੇ ਅਧਿਕਾਰ ਖੇਤਰ ਨਿਯਤ ਕੀਤੇ ਜਾਣ। ਔਰ ਅਕਾਲ ਤਖਤ ਸਾਹਿਬ ਵੱਲੋਂ ਇੱਕ ਆਦੇਸ਼ ਸ਼੍ਰੋਮਣੀ ਕਮੇਟੀ ਦੇ ਨਾਂ ਦੇ ਉੱਤੇ ਜਾਰੀ ਹੋਇਆ ਹੈ 1996 ਦਾ ਇਸ ਪ੍ਰਥਾਈ। ਠੀਕ ਹੈ। ਔਰ ਇਸੇ ਸੰਬੰਧ ਵਿੱਚ ਹੀ ਇਹ ਵਿਦਵਾਨਾਂ ਦੀ ਕਨਵੈਨਸ਼ਨ ਤੇਜਾ ਸਿੰਘ ਸਮੁੰਦਰੀ ਹਾਲ 'ਚ ਬੁਲਾਈ ਗਈ, ਜਿਨ੍ਹਾਂ ਦੇ ਸਾਹਮਣੇ ਇਹ ਸਵਾਲ ਰੱਖੇ ਗਏ ਵੀ ਇਹ ਜਿਹੜੇ ਸਮੇਂ ਹੁਣ ਜਿਹੜਾ ਸਵਾਲ ਨੇ ਇਹਨਾਂ ਦੇ ਸਵਾਲਾਂ ਦੀ ਜਵਾਬ ਮੰਗਦਾ, ਇਹਨਾਂ ਦਾ ਹੱਲ ਕੀਤਾ ਜਾਏ। ਜੀ ਇੱਕ ਗੱਲ ਡਾਕਟਰ ਸਾਹਿਬ ਸਪਸ਼ਟ ਕਰਨੀ ਜ਼ਰੂਰੀ ਹੈ, ਅਸੀਂ ਅਕਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਥ ਦੀ ਨੁਮਾਇੰਦਾ ਜਮਾਤ ਕਹਿੰਦੇ ਆ ਜਾਂ ਸੁਣਦੇ ਆ। ਜੀ ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪੰਥ ਦੀ ਨੁਮਾਇੰਦਾ ਜਮਾਤ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤਰੀ ਭਾਰਤ, ਪੰਜਾਬ, ਥੋੜਾ ਜਿਹਾ ਹਰਿਆਣਾ ਤੇ ਥੋੜਾ ਜਿਹਾ ਹਿਮਾਚਲ ਤੱਕ ਹੀ ਸੀਮਤ ਹੈ। ਠੀਕ ਦਿੱਲੀ ਦੇ ਵਿੱਚ ਆਪਣੀ ਕਮੇਟੀ ਹੈ, ਜੀ ਜੰਮੂ ਕਸ਼ਮੀਰ ਦੇ ਵਿੱਚ ਗੁਰਦੁਆਰਾ ਪ੍ਰਬੰਧ ਬੋਰਡ ਵੱਖਰਾ ਹੈ, ਰਾਜਸਥਾਨ 'ਚ ਵੱਖਰਾ ਹੈ, ਸਾਊਥ 'ਚ ਵੱਖਰਾ ਹੈ, ਈਸਟ ਵਿੱਚ ਵੱਖਰਾ ਹੈ। ਹੁਣ ਜਦੋਂ ਅਸੀਂ ਅੱਜ ਦਾ ਜਿਹੜਾ ਸਿੱਖ ਹੈ ਉਹ ਤਾਂ ਸੰਸਾਰ ਦੇ ਤਕਰੀਬਨ ਹਰ ਦੇਸ਼ ਦੇ ਵਿੱਚ ਖਿਲਰਿਆ ਹੋਇਆ। ਹੱਜ ਜਿਹੜੀ ਉਹਦੀ ਸਰਵਉੱਚਤਾ ਸ਼੍ਰੋਮਣੀ ਕਮੇਟੀ ਦੀ ਹੈ, ਜਦੋਂ ਉਹਦੀ ਗੱਲ ਕਰਾਂਗੇ ਤਾਂ ਗੱਲ ਸੀਮਤ ਹੈ। ਅਕਾਲ ਤਖਤ ਦੀ ਤੇ ਬਾਕੀ ਤਖਤਾਂ ਦੀ ਜਿਹੜੀ ਸਰਵਉੱਚਤਾ ਹੈ ਉਹ ਤੇ ਸਮੁੱਚੇ ਸੰਸਾਰ ਤੇ ਵਸਦੇ ਸਿੱਖਾਂ ਵਾਸਤੇ ਹੈ, ਪਰ ਸ਼੍ਰੋਮਣੀ ਕਮੇਟੀ ਦੀ ਸਰਵਉੱਚਤਾ ਜਿਹੜੀ ਹੈ ਉਹ ਸੀਮਤ ਹੈ। ਜਦੋਂ ਸੀਮਤ ਦਾਇਰੇ ਵਿੱਚ ਰਹਿਣ ਵਾਲੀ ਇੱਕ ਸੰਸਥਾ ਇੱਕ ਸੰਸਾਰ ਪੱਧਰ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਦੇ ਮੁਖੀਆਂ ਨੂੰ ਨਿਯਤ ਕਰੇਗੀ ਜੀ ਤੇ ਉਸ ਵੇਲੇ ਫਿਰ ਉਹ ਜਿਹੜੀ ਗੱਲ ਹੈ ਉਹ ਅਧੂਰੀ ਰਹਿ ਜਾਣ ਦਾ ਖਤਰਾ ਹੁੰਦਾ ਹੈ। ਇਹੀ ਕਾਰਨ ਹੈ ਕਿ ਅੱਜ ਜੋ ਪਟਨਾ ਸਾਹਿਬ ਵਿਖੇ ਹੋਇਆ ਹੈ, ਜੀ ਉਹਨਾਂ ਨੇ ਜੋ ਕੀਤਾ ਹੈ, ਉੱਥੇ ਸੇਵਾਦਾਰਾਂ ਵਾਲੀ ਭਾਵਨਾ ਕੋਈ ਨਹੀਂ ਸੀ। ਉੱਥੇ ਅਸੀਂ ਮੈਂ ਮਤਲਬ ਡਿਕਟੇਟਰ ਵਾਲੀ, ਜਿਵੇਂ ਗਿਆਨੀ ਕਿਰਪਾਲ ਸਿੰਘ ਕਹਿੰਦੇ ਮੈਂ ਡਿਕਟੇਟਰ ਨਹੀਂ ਗਾ, ਉਹ ਡਿਕਟੇਟਰ ਵਾਲੀ ਗੱਲ ਸੀ। ਅੱਜ ਦੇ ਸਮੇਂ ਦੇ ਵਿੱਚ ਜਿਸ ਬੇਸ਼ੱਕ ਅਸੀਂ ਗੱਲ ਆਪਾਂ ਹੋਰ ਲੰਬੀ ਕਰਨੀ ਸੀਗੀ, ਅੱਜ ਦੇ ਸਮੇਂ ਦੇ ਵਿੱਚ ਸੰਸਾਰ ਦੇ ਸਿਆਣੇ ਸਿੱਖਾਂ ਦੇ ਸਾਹਮਣੇ ਕੁਝ ਸਵਾਲ ਨੇ। ਅਸੀਂ ਸੰਸਾਰ ਦੇ ਕਿਸੇ ਵੀ ਕੋਨੇ ਦੇ ਵੱਸਦਾ ਸਿੱਖ ਜਦੋਂ ਇਹੋ ਜਿਹੀਆਂ ਘਟਨਾਵਾਂ ਵੇਖਦਾ ਉਹਦਾ ਮਨ ਦੁਖੀ ਹੋਣਾ ਸੁਭਾਵਿਕ ਹੈ, ਕਿਉਂਕਿ ਅਸੀਂ ਭਾਵਨਾਤਮਕ ਤੌਰ ਦੇ ਉੱਤੇ ਉਹਦੇ ਨਾਲ ਜੁੜੇ ਹੋਏ ਹਾਂ। ਔਰ ਅਸੀਂ ਹਮੇਸ਼ਾ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਵੇਖਦੇ ਹਾਂ ਵੀ ਇੱਥੋਂ ਸਾਨੂੰ ਸੇਧ ਪ੍ਰਾਪਤ ਹੋਊਗੀ, ਤੇ ਜੋ ਕੁਝ ਉੱਥੋਂ ਮਿਲਦਾ ਸਾਨੂੰ ਉਹ ਸਾਡੇ ਹੱਕ ਵਿੱਚ ਜਾਂਦਾ ਹੋਵੇ ਜਾਂ ਸਾਡੇ ਵਿਰੋਧ ਵਿੱਚ ਜਾਂਦਾ ਹੋਵੇ ਤੇ ਅਸੀਂ ਅੱਖਾਂ ਮੀਟ ਕੇ ਉਹਦੇ ਫੈਸਲੇ ਨੂੰ ਸਵੀਕਾਰ ਵੀ ਕਰਦੇ ਹਾਂ। ਪਰ ਹੁਣ ਸਮਾਂ ਆ ਗਿਆ ਹੈ ਜਿਸ ਵੇਲੇ ਇਹਨਾਂ ਸਵਾਲਾਂ ਦੇ ਜਿਹੜੇ ਹੱਲ ਹੈ ਉਹ ਕੱਢਣੇ ਪੈਣਗੇ, ਤੇ ਅਸੀਂ ਇਸ ਪਲੇਟਫਾਰਮ ਤੋਂ, ਸਿੱਖ ਚੈਨਲ ਦੇ ਪਲੇਟਫਾਰਮ ਤੋਂ, ਇਸ ਪ੍ਰੋਗਰਾਮ ਨੂੰ ਵੇਖਣ ਵਾਲੇ ਸਿਆਣੇ ਲੋਕਾਂ ਦੇ ਸਾਹਮਣੇ ਇਹ ਸਵਾਲ ਖੜਾ ਕੀਤਾ ਹੈ। ਮੈਂ ਪਹਿਲਾਂ ਤਾਂ ਖਿਆਲ ਅੱਜ ਦਾ ਇੱਕ ਹੀ ਪ੍ਰੋਗਰਾਮ ਕਰਨ ਦਾ ਸੀ, ਤੁਸੀਂ ਕਿਹਾ ਉਦੋਂ ਵੀ ਨਹੀਂ, ਇੱਕ ਗੱਲ ਨਾ ਬਣਨੀ ਨਹੀਂ। ਹੁਣ ਇਹਨੂੰ ਅਸੀਂ ਇਸ ਵਿਚਾਰ ਨੂੰ ਅੱਗੇ ਤੋਰਨਾ ਹੈ। ਹੁਣ ਸਾਡੇ ਸਾਹਮਣੇ ਕੋਈ ਸਵਾਲ ਨੇ, ਅੱਜ ਦਾ ਸਮਾਂ ਆਪਣਾ ਖਤਮ ਹੋ ਚੱਲਿਆ ਜੀ। ਸਵਾਲ ਨੇ ਕਿ ਸਮੁੱਚੇ ਸੰਸਾਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਸਤੇ ਤਖਤ ਸਾਹਿਬਾਂ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਪ੍ਰੋਸੀਜਰ ਕੀ ਹੋਵੇ, ਉਹਨਾਂ ਦਾ ਕਾਰਜ ਖੇਤਰ ਕੀ ਹੋਵੇ, ਕਿੰਨੇ ਤੱਕ ਉਹ ਅਧਿਕਾਰ ਹੋਣ ਉਹਨਾਂ ਨੂੰ, ਉਹਨਾਂ ਦਾ ਅਧਿਕਾਰ ਖੇਤਰ ਕੀ ਹੋਵੇ, ਤੇ ਜਦੋਂ ਉਹਨਾਂ ਨੂੰ ਉਹਨਾਂ ਦੀ ਡਿਊਟੀ ਤੋਂ ਫਾਰਗ ਕਰਨਾ ਹੋਵੇ ਤੇ ਉਹਦਾ ਕੀ ਪ੍ਰੋਸੀਜਰ ਹੋਵੇ। ਇਹ ਕੁਝ ਸਵਾਲ ਨੇ ਜਿਹੜੇ ਸਾਨੂੰ ਇਹਨਾਂ ਦੇ ਹੱਲ ਲੱਭਣੇ ਪੈਣੇ ਆ, ਤੇ ਮੈਂ ਚਾਹੁੰਦਾ ਕਿ ਇੱਕ ਡਿਬੇਟ ਆਪਾਂ ਸ਼ੁਰੂ ਕਰ ਦਈਏ ਤੇ ਅਗਲੇ ਹਫਤੇ ਦੇ ਪ੍ਰੋਗਰਾਮ 'ਚ ਆਪਾਂ ਇਹਨੂੰ ਡਿਵੈਲਪ ਕਰੀਏ, ਜੇ ਤੁਸੀਂ ਠੀਕ ਸਮਝੋ। ਹਾਂਜੀ, ਅੱਜ ਕਿਉਂਕਿ ਸਮਾਂ ਆਪਣੇ ਕੋਲ ਇੰਨਾ ਆ, ਬਾਕੀ ਹੋਰ ਬ੍ਰੇਕਿੰਗ ਨਿਊਜ਼ ਕਾਫੀ ਨੇ। ਹਾਂ, ਤੇ ਜਿਹੜੇ ਇਹ ਕੁਝ ਸਵਾਲ ਨੇ ਇਹਨਾਂ ਦੇ ਅਗਲੇ ਹਫਤੇ ਅਸੀਂ ਕੋਸ਼ਿਸ਼ ਕਰਾਂਗੇ, ਅਸੀਂ ਲਾਈਨਾਂ ਵੀ ਖੋਲਾਂਗੇ ਤਾਂ ਕਿ ਵਿਦਵਾਨ ਸੱਜਣਾ ਦੇ ਅਸੀਂ ਰਾਏ ਲੈ ਸਕੀਏ। ਜਿਹੜੇ ਕੁਐਸਚਨ ਉਦੋਂ ਤੇਜਾ ਸਮੁੰਦਰੀ ਹਾਲ 'ਚ ਰੇਜ਼ ਕੀਤੇ ਸੀ ਨਾ ਉਦੋਂ 96 'ਚ, ਮੋਟੇ ਤੌਰ ਤੇ ਉਹ ਹੈ ਵੀ ਗੁਰਦੁਆਰਾ ਐਕਟ ਅਕਾਲ ਤਖਤ ਸਾਹਿਬ ਬਾਰੇ ਚੁੱਪ ਹੋਣ ਕਰਕੇ ਅਕਾਲ ਤਖਤ ਸਾਹਿਬ ਦਾ ਪ੍ਰਬੰਧਕੀ ਕੰਟਰੋਲ ਕਿਸ ਕੋਲ ਤੇ ਕਿਹੋ ਜਿਹਾ ਹੋਣਾ ਚਾਹੀਦਾ, ਇਹ ਕੁਐਸਚਨ ਸੀ। ਅਕਾਲ ਤਖਤ ਸਾਹਿਬ ਨੂੰ ਐਕਟ ਦੇ ਘੇਰੇ ਤੋਂ ਮੁਕਤ ਪ੍ਰਵਾਨ ਕਰਨ ਦਾ ਅਰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਰੀਕ ਸੰਸਥਾ ਤਾਂ ਨਹੀਂ ਨਿਕਲ ਆਵੇਗਾ। ਇਸ ਦ੍ਰਿਸ਼ਟੀ ਤੋਂ ਦੋਹਾਂ ਸੰਸਥਾਵਾਂ ਨੂੰ ਇੱਕ ਦੂਜੇ ਦੀਆਂ ਪੂਰਕ ਸੰਸਥਾਵਾਂ ਕਿਵੇਂ ਰੱਖਿਆ ਜਾਏ। ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਇੱਕ ਦੂਜੇ ਦੀਆਂ ਪੂਰਕ ਸੰਸਥਾਵਾਂ ਪ੍ਰਵਾਨ ਕਰਕੇ ਅਕਾਲ ਤਖਤ ਦੀ ਪਰੰਪਰਕ ਉੱਤਮਤਾ ਕਿਵੇਂ ਕਾਇਮ ਰੱਖੀ ਜਾਵੇ। ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਪ੍ਰਣਾਲੀ ਦਾ ਮੌਜੂਦਾ ਪ੍ਰਣਾਲੀ ਨੂੰ ਕਿੱਦਾਂ ਤਬਦੀਲ ਕੀਤਾ ਜਾਏ। ਅਕਾਲ ਤਖਤ ਸਾਹਿਬ ਦਾ ਸੁਤੰਤਰ ਤੇ ਸੰਪੰਨ ਸਕੱਤਰੇਤ ਸ਼੍ਰੋਮਣੀ ਕਮੇਟੀ ਵਰਗਾ ਜਾਂ ਇਸ ਤੋਂ ਉੱਤਮ ਕਿਉਂ ਨਹੀਂ ਹੋ ਸਕਦਾ। ਇਹੋ ਜਿਹੇ ਕੁਐਸਚਨ ਸਨ। ਮੌਜੂਦਾ ਸਿਆਸੀ ਢਾਂਚੇ ਵਿੱਚ ਅਕਾਲ ਤਖਤ ਸਾਹਿਬ ਦੀ ਪ੍ਰਭਸੱਤਾ ਸੰਪੰਨ ਹੋਂਦ ਨੂੰ ਕਿਵੇਂ ਕਾਇਮ ਰੱਖਿਆ ਜਾਏ।
ਇਹ ਕੁਐਸਚਨਸ ਉਸ ਵੇਲੇ ਦੇ ਜਿਹੜੇ ਸਕਾਲਰ ਸਨ, ਵਿਦਵਾਨ ਸਨ, ਉਹਨਾਂ ਦੇ ਸਾਹਮਣੇ ਰੱਖੇ ਸੀਗੇ ਔਰ ਇਹ ਇੱਕ ਡਿਬੇਟ ਸਾਨੂੰ ਸ਼ੁਰੂ ਕਰਨੀ ਪੈਗੀ। ਬੇਸ਼ੱਕ ਇਹ ਸੈਂਸਿਟਿਵ ਇਸ਼ੂ ਆ, ਅਸੀਂ ਅਕਸਰ ਇਹੋ ਜਿਹੇ ਇਸ਼ੂਜ਼ ਤੋਂ ਗੱਲ ਕਰਨ ਤੋਂ ਅਸੀਂ ਘਬਰਾ ਜਾਂਦੇ ਹਾਂ, ਕਰਦੇ ਨਹੀਂ, ਪਰ ਸਾਨੂੰ ਕਰਨੀਆਂ ਪੈਣੀਆਂ, ਨਹੀਂ ਤਾਂ ਆਉਣ ਵਾਲੀਆਂ ਜਨਰੇਸ਼ਨ ਦੇ ਸਾਹਮਣੇ ਅਸੀਂ ਕੋਈ ਚੰਗਾ ਐਗਜ਼ਾਮਪਲ ਛੱਡ ਨਹੀਂ ਸਕਾਂਗੇ। ठीक है भाई साहब जी, आप इशारे हो रहे हैं, टाइम अपने कोल टाइम समाप्ति है। ਇਹ ਸਵਾਲ ਜਿਹੜੇ ਨੇ ਅਸੀਂ ਬਰੀਫ ਤੌਰ ਦੇ ਉੱਤੇ ਅਗਲੇ ਹਫਤੇ ਤੁਹਾਨੂੰ ਫਿਰ ਦੱਸਾਂਗੇ ਅਤੇ ਤੁਹਾਡੇ ਵਿਊ ਲਵਾਂਗੇ, ਕਾਲਾਂ ਖੋਲਾਂਗੇ ਅਤੇ ਮੈਂ ਇਹ ਕਲੀਅਰ ਕਰ ਦੇਵਾਂ, ਸਿੱਖ ਚੈਨਲ ਤੇ ਜਾਂ ਸਿੱਖ ਚੈਨਲ ਦਾ ਜਾਂ ਸਾਡਾ ਇੱਥੇ ਬੈਠ ਕੇ ਕਿਸੇ ਦੀ ਹੀਣਤਾ, ਕਿਸੇ ਦੇ ਵਿਰੁੱਧ ਗੱਲ ਕਰਨ ਦਾ ਕੋਈ ਮਤਲਬ ਨਹੀਂ। ਸਿਰਫ ਮਨ ਦੁਖੀ ਹੋਇਆ ਉਹ ਜੋ ਪਟਨਾ ਸਾਹਿਬ ਘਟਨਾ ਵਾਪਰੀ, ਸਾਰਿਆਂ ਸਿੱਖਾਂ ਦਾ ਹਿਰਦਾ ਬਲੂੰਦਰਿਆ ਗਿਆ ਜਦੋਂ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਕਾਸ਼ ਹੋਣ ਦੇ ਦਿਨ ਦੇ ਉੱਤੇ ਇਹੋ ਜਿਹੀ ਘਟਨਾ ਹੋਵੇ। ਉਸ ਨੂੰ ਮੁੱਖ ਰੱਖ ਕੇ ਅਸੀਂ ਆਹ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਕਿ ਆਪਾਂ ਨੂੰ ਪਤਾ ਲੱਗੇ ਥੋੜ੍ਹਾ ਬਹੁਤ ਇਹਦੀ ਬੈਕਗਰਾਊਂਡ, ਇਹ ਕਿੱਦਾਂ ਹੋਣੀ ਚਾਹੀਦੀ ਹੈ, ਕੀ ਹੋਣਾ ਚਾਹੀਦਾ, ਕਿੱਦਾਂ ਹੁੰਦਾ, ਕਿਉਂ ਹੁੰਦਾ ਹੈ। ਅਸੀਂ ਉਹਨਾਂ ਸਤਿਕਾਰਯੋਗ ਹਸਤੀਆਂ ਅੱਗੇ ਸਾਡਾ ਸਿਰ ਝੁਕਦਾ ਹੈ ਕਿਉਂਕਿ ਉਹ ਪੰਥ ਦੇ ਸਮੋਰ ਨੇ, ਉਹਨਾਂ ਤਖਤਾਂ ਦੇ ਸੇਵਾਦਾਰ ਨੇ, ਉਹਨਾਂ ਦੀ ਹੀਣਤਾ, ਉਹਨਾਂ ਦੇ ਅਗੇਂਸਟ ਅਸੀਂ ਕੋਈ ਨਹੀਂ। ਪਰ ਆ ਸਾਨੂੰ ਵਿਸ਼ੇ ਕਿਉਂਕਿ ਅਸੀਂ ਇੱਕ ਸਦੀ ਵਿੱਚ ਵਰਤੇ ਹਾਂ, ਇਹ ਵਿਚਾਰ ਚਰਚਾ ਛੇੜਾਂਗੇ ਤਾਂ ਕਿ ਇਹਦੇ ਵਿੱਚੋਂ ਕੋਈ ਨਾ ਕੋਈ ਇਹਦੇ ਵਿੱਚੋਂ ਸਿੱਟਾ ਨਿਕਲ ਸਕੇ। ਇਹ ਵਿਚਾਰ ਆਪਾਂ ਅਗਲੇ ਹਫਤੇ ਰੱਖਾਂਗੇ, ਡਿਵੈਲਪ ਕਰਾਂਗੇ ਆਪਾਂ ਇਹਨੂੰ। ਇਹਨਾਂ ਕਹਿੰਦੇ ਹੋ ਸਾਤੋਂ ਕੋਈ ਗਲਤੀ ਹੋਵੇ ਤੇ ਆਸ ਰੱਖਦੇ ਤੁਸੀਂ ਮਾਫ ਕਰੋਗੇ। ਫਤਿਹ ਬੁਲਾਉਂਦੇ ਆਪਾਂ ਸੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।